सौ चंदा उगवह, सूरज चढ़े हजार। इते चानण होदिया, गुर बिन घोर अंधार। मूक उचरै शास्त्र खट, पिंग गिरन चढ़ जाए। अंध लखै बदरो सुनै, जाओ काल कृपा कराए। अंध लखै बदरो सुनै, जाओ काल कृपा कराए। अमय दृष्ट शुभ करै, हरै अग पाप सकल मल। काम क्रोध अर लोभ मोह, वस करै सबे बल। सदा सुख मन वसै, दुख संसार है खोवै। गुर नव निध दरियाओ, जन्म हम कालख धोवै। सो कहो टल गुर सेविय, अहनिस सहज सुभाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। सतनाम श्री वाहिगुरु साहिब जी। रामकली महला पंजवा। दुलाभ देह सवार, जाहे न दरगह हार। हालत पलत तुद होए वड्याई, अंत की बेला लय छड़ाई। राम के गुण गाओ, हालत पलत होए दोवै सुहेले। अचरज पुरख त्याओ रहाओ, ऊठत बैठत हर जाप। बिनसै सगल संताप, बैरी सब होवै मीत। निर्मल तेरा होवै चीत, सब ते उत्तम एहो कर्म। सगल धर्म में श्रेष्ठ धर्म, हर सिमरन तेरा होए उदार। जन्म जन्म का उतरै पार, पूर्ण तेरी होए आस। जम की कटिया तेरी फास, गुर का उपदेश सुनीजै। नानक सुख सहज समीजै। दुलाभ देह सवार। वाहिगुरु जी का खालसा, वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज, कलयुग के तारणहारे शब्द गुरु, दसा ही पातशाहियों के आत्मिक स्वरूप सतगुरु, जुगु जुग अटल सतगुरु,
ਹਾਲਤ ਪਲਤ ਕੇ ਰੱਖੀਅਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਦੁਲੱਭ ਦੇਹ ਸਵਾਰ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਹੇ ਪ੍ਰਾਣਾ ਧਾਰੀ ਜੀਵ, ਅਕਾਲ ਪੁਰਖ ਪ੍ਰਮਾਤਮਾ ਨੇ ਤੈਨੂੰ ਦੁਰਲੱਭ ਦੇਹੀ ਦਿੱਤੀ ਹੈ। ਭਜਨ ਬੰਦਗੀ ਕਰਕੇ ਸੇਵਾ ਸਿਮਰਨ ਕਰਕੇ ਇਸ ਨੂੰ ਸਵਾਰ ਲੈ, ਇਸ ਨੂੰ ਸਫਲਿਆਂ ਕਰ ਲੈ। ਜੀਵਨ ਬੜਾ ਹੀ ਅਮੋਲਕ ਹੈ, ਪਰ ਜਦੋਂ ਤੱਕ ਜੀਵ ਨੂੰ ਸਮਝ ਨਹੀਂ ਪੈਂਦੀ ਉਦੋਂ ਤੱਕ ਹੀਰਿਆਂ ਵਰਗੀ ਦੇਹੀ ਨੂੰ ਕੌਡੀਆਂ ਦੇ ਭਾਅ ਹੀ ਗਵਾਈ ਜਾਂਦਾ। ਪਰਮਾਤਮਾ ਨੇ ਸਵਾਸ ਬੜੇ ਅਮੋਲਕ ਸਰੀਰ ਦੇ ਵਿੱਚ ਪਾਏ ਹੈ, ਪਰ ਜਦੋਂ ਤੱਕ ਕਦਰ ਨਹੀਂ ਹੈ ਉਦੋਂ ਤੱਕ ਅਜਾਈ ਹੀ ਸੰਸਾਰ ਦੇ ਵਿਸ਼ੇ ਵਾਸ਼ਨਾ ਵਿੱਚ ਗਵਾਈ ਜਾਂਦਾ ਹੈ। ਇਹਨਾਂ ਸਵਾਸਾਂ ਨੂੰ ਨਹੀਂ ਸਫਲਿਆਂ ਕਰਦਾ ਪਰਮਾਤਮਾ ਦਾ ਸਿਮਰਨ ਕਰਕੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਇਹ ਜੀਵ ਦੇ ਸਵਾਸ ਵੀ ਅਕਾਰਤ ਹੀ ਜਾ ਰਹੇ ਹੈ। ਮਿਲਿਆ ਹੋਇਆ ਜੀਵਨ ਵੀ ਅਜਾਈ ਹੀ ਬੀਤਦਾ ਜਾ ਰਿਹਾ ਹੈ। ਇਹ ਜੀਵ ਨੂੰ ਪਤਾ ਹੈ ਉਦੋਂ ਚੱਲਦਾ ਹੈ ਜਦੋਂ ਸਾਰਾ ਹੀ ਜੀਵਨ ਲੰਘ ਜਾਂਦਾ ਹੈ, ਪਰ ਬਾਅਦ ਵਿੱਚ ਪਛਤਾਉਂਦਾ ਹੋਇਆ ਝੂਰਦਾ ਹੋਇਆ ਸੰਸਾਰ ਤੋਂ ਤੁਰ ਜਾਂਦਾ ਹੈ। ਵਾਹਿਗੁਰੂ ਜੀ ਦਾ ਸਿਮਰਨ ਨਾ ਕੀਤਾ ਹੋਣੇ ਕਰਕੇ ਪ੍ਰਮਾਤਮਾ ਦੇ ਘਰ ਵਿੱਚ ਵੀ ਢੋਈ ਨਹੀਂ ਮਿਲਦੀ। ਫਿਰ ਇਹ ਜੀਵ ਮੱਥੇ ਤੇ ਹੱਥ ਮਾਰਦਾ ਹੈ, ਪਛਤਾਉਂਦਾ ਹੈ, ਪਰ ਉਦੋਂ ਤਾਂ ਜੀਵਨ ਦਾ ਸਮਾਂ ਲੰਘ ਚੁੱਕਾ ਹੁੰਦਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਗੁਰਬਾਣੀ ਵਿੱਚ ਬਖਸ਼ਿਸ਼ ਭਰੇ ਬਚਨ ਉਚਾਰਨ ਕਰਦੇ ਹੈ। ਹੇ ਜੀਵਾ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਤੇਰੀ ਜ਼ਿੰਦਗੀ ਦਾ ਜਿਹੜਾ ਬੇੜਾ ਹੈ ਨਾ, ਇਸ ਸੰਸਾਰ ਸਮੁੰਦਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਡੁੱਬਦਾ ਜਾ ਰਿਹਾ ਹੈ। ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਜਾਂਦਾ ਹੈ। ਵਿਕਾਰਾਂ ਰੂਪੀ ਛੇਕ ਇਸ ਜੀਵਨ ਰੂਪੀ ਬੇੜੇ ਵਿੱਚ ਹੋ ਗਏ, ਜਿਸ ਕਰਕੇ ਇਹਦੇ ਵਿੱਚ ਪਾਣੀ ਭਰਦਾ ਜਾ ਰਿਹਾ, ਪਾਪ ਕਰਮਾਂ ਦਾ ਪਾਣੀ ਭਰੀ ਜਾ ਰਿਹਾ। ਤੇ ਸੰਗਤ ਜੀ, ਜਿਸ ਬੇੜੇ ਵਿੱਚ ਪਾਣੀ ਭਰ ਜਾਵੇ ਉਹ ਸਮੁੰਦਰ ਦੇ ਵਿੱਚ ਹੀ ਡੁੱਬ ਜਾਂਦਾ ਹੈ, ਉਹ ਨਹੀਂ ਦੂਸਰੇ ਕਿਨਾਰੇ ਤੇ ਲੱਗਦਾ। ਇਹੋ ਮਹਾਰਾਜ ਕਹਿੰਦੇ ਜੀਵਨ ਰੂਪੀ ਬੇੜਾ ਹੈ ਨਾ, ਇਹਦੇ ਵਿੱਚ ਵਿਕਾਰਾਂ ਰੂਪੀ ਵਿਸ਼ੇ ਵਾਸ਼ਨਾ ਰੂਪੀ ਛੇਕ ਹੋ ਚੁੱਕੇ ਹੈ, ਜਿਸ ਕਰਕੇ ਪਾਪ ਕਰਮਾਂ ਰੂਪੀ ਪਾਣੀ ਭਰਦਾ ਜਾ ਰਿਹਾ ਹੈ। ਤੇ ਜੀਵਨ ਰੂਪੀ ਬੇੜਾ ਜ਼ਰੂਰ ਪਰ ਜ਼ਰੂਰ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬੇਗਾ, ਮੁਕਤੀ ਰੂਪ ਕਿਨਾਰੇ ਤੇ ਨਹੀਂ ਕਦੇ ਪਹੁੰਚ ਸਕੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਆ। ਇਹ ਜੀਵਾ, ਪਰਮਾਤਮਾ ਨੇ ਜੀਵਨ ਬਹੁਤ ਅਮੋਲਕ ਦਿੱਤਾ ਹੈ, ਇਹ ਬੜੀ ਦੁਰਲੱਭ ਦੇਹੀ ਹੈ।
84 ਲੱਖ ਜੂਨਾਂ ਵਿੱਚੋਂ ਸਭ ਤੋਂ ਵੱਡਾ ਮਾਣ ਪ੍ਰਮਾਤਮਾ ਨੇ ਮਾਨਸ ਜੀਵਨ ਨੂੰ, ਮਨੁੱਖਾ ਦੇਹੀ ਨੂੰ ਦਿੱਤਾ ਹੈ। ਕਿਉਂ ਇਹਨਾਂ ਪ੍ਰਮਾਤਮਾ ਨੇ ਮਾਣ ਬਖਸ਼ਿਸ਼ ਕੀਤਾ? ਗੁਰਬਾਣੀ ਵਿੱਚ ਵੀ ਹਜੂਰ ਨੇ ਐਸੇ ਬੇਅੰਤ ਬਚਨ ਉਚਾਰਨ ਕੀਤੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਮਾਨਸ ਜੀਵਨ ਨੂੰ, ਮਨੁੱਖਾ ਦੇਹੀ ਨੂੰ ਦੇਵੀ ਦੇਵਤੇ ਵੀ ਲੋਚਦੇ ਫਿਰਦੇ ਹੈ ਕਿ ਅਸੀਂ ਇਹ ਸਰੀਰ ਧਾਰਨ ਕਰਕੇ ਰੱਬ ਦੀ ਪ੍ਰਾਪਤੀ ਕਰ ਲਈਏ। ਕੇਵਲ ਪ੍ਰਮਾਤਮਾ ਨੇ ਇਹ ਮਾਨਸ ਜੀਵਨ ਦੇ ਵਿੱਚ ਹੀ ਵਡਿਆਈ ਬਖਸ਼ੀ ਹੈ ਕਿ ਜਿਹੜਾ ਵਿਛੜਿਆ ਹੋਇਆ ਜੀਵ ਪ੍ਰਮਾਤਮਾ ਤੋਂ ਮਨੁੱਖਾ ਜੀਵਨ ਦੇ ਵਿੱਚ ਹੀ ਪ੍ਰਮਾਤਮਾ ਨੂੰ ਪਾ ਸਕਦਾ ਹੈ। ਜਿਵੇਂ ਸਾਧ ਸੰਗਤ ਜੀ, ਜੋ ਇੱਕ ਕਥਾ ਆਉਂਦੀ ਹੈ ਸਮਝਣ ਦੇ ਵਾਸਤੇ। 84 ਸਾਧ ਸੰਗਤ ਜੀ ਦਰਵਾਜ਼ਿਆਂ ਵਾਲਾ ਇੱਕ ਕਿਲਾ ਸੀ। ਉਸ ਕਿਲੇ ਦੇ ਅੰਦਰ ਇੱਕ ਟੁੰਡਾ ਤੇ ਸਿਰ ਤੋਂ ਗੰਜਾ ਮਨੁੱਖ, ਸਾਧ ਸੰਗਤ ਜੀ, ਨੇਤਰਾਂ ਤੋਂ ਹੀਣਾ, ਸਿਰ ਤੋਂ ਵੀ ਗੰਜਾ, ਹੱਥ ਤੋਂ ਟੁੰਡਾ ਤੇ ਅੱਖਾਂ ਤੋਂ ਅੰਨਾ, ਉਹ ਤੁਰਿਆ ਜਾਂਦਾ ਹੈ, ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਪਰ ਬਾਹਰ ਨਿਕਲਣ ਦੇ ਵਾਸਤੇ ਉਹਦੇ ਤੋਂ ਰਸਤਾ ਨਹੀਂ ਨਿਕਲਦਾ। ਉਸ 84 ਦਰਵਾਜ਼ਿਆਂ ਵਾਲੇ ਜਿਹੜੇ ਕਿਲੇ ਦੇ ਦਰਵਾਜ਼ੇ ਹਨ, ਬਾਕੀ ਸਾਰੇ ਬੰਦ, ਕੇਵਲ ਇੱਕੋ ਹੀ ਖੁੱਲ੍ਹਾ ਹੋਇਆ, ਕੇਵਲ ਇੱਕੋ ਦਰਵਾਜ਼ਾ ਖੁੱਲ੍ਹਾ। ਤੇ ਜਿਹੜਾ ਦਰਵਾਜ਼ਾ ਖੁੱਲ੍ਹਾ ਉਹਦੇ ਉੱਪਰ ਇੱਕ ਮਖਿਆਲ ਲੱਗੀ ਹੋਈ ਸੀ। ਜਦੋਂ ਉਹ ਜੀਵ ਟੋਂਦਾ ਟੋਂਦਾ ਅੱਗੇ ਤੁਰਿਆ ਜਾਂਦਾ ਤੇ ਸਾਧ ਸੰਗਤ ਜੀ, ਦਰਵਾਜ਼ੇ ਤੇ ਬਾਹਰ ਨਿਕਲਣ ਦੀ ਥਾਂ ਤੇ ਮਖਿਆਲ ਦੇ ਉੱਪਰ ਹੱਥ ਵੱਜ ਜਾਂਦਾ। ਉਹ ਸ਼ਾਇਦ ਜਦੋਂ ਚੋਂਦਾ ਫਿਰ ਉਹਦੇ ਵਿੱਚ ਹੀ ਮਸਤ ਹੋ ਜਾਂਦਾ ਤੇ ਸਿਰ ਤੇ ਖੁਰਕਦਾ ਹੋਇਆ ਫਿਰ ਅੱਗੇ ਲੰਘ ਜਾਂਦਾ। ਇਸੇ ਤਰ੍ਹਾਂ ਹੀ ਬਾਰ-ਬਾਰ ਚੱਕਰ ਲਾਈ ਜਾਂਦਾ, ਉਹਦੇ ਤੋਂ ਬਾਹਰ ਨਿਕਲਿਆ ਨਹੀਂ ਜਾਂਦਾ, ਬਾਰ-ਬਾਰ ਉੱਥੇ ਕਿ ਚੱਕਰ ਲਾਈ ਜਾਂਦਾ। ਜਿਸ ਦਰਵਾਜ਼ੇ ਖੁੱਲੇ ਹੋਏ ਤੋਂ ਬਾਹਰ ਨਿਕਲਣਾ ਹੁੰਦਾ, ਮਖਿਆਲ ਤੇ ਹੱਥ ਵੱਜ ਜਾਂਦਾ, ਉਹ ਮੱਖੀਆਂ ਸਿਰ ਤੇ ਡੰਗ ਮਾਰਦੀਆਂ ਨੇ, ਖੁਰਕਣ ਲੱਗ ਪੈਂਦਾ, ਫਿਰ ਅੱਗੇ ਲੰਘ ਜਾਂਦਾ। ਇਸੇ ਤਰ੍ਹਾਂ ਉਹ ਜੀਵ ਤੋਂ ਬਾਹਰ ਨਿਕਲੇ ਨਹੀਂ ਜਾਂਦਾ। ਤੇ ਜਦੋਂ ਕੋਈ, ਜੇ ਕਹਿੰਦੇ ਉਸ ਮਨੁੱਖ ਨੂੰ ਕਿਸੇ ਨੇ ਬਾਹਰੋਂ ਆ ਕਰਕੇ ਆਵਾਜ਼ ਦਿੱਤੀ ਹੈ ਕਿ ਭਲਿਆ ਹੁਣ ਦਰਵਾਜ਼ਾ ਆ ਗਿਆ ਹੈ, ਇਸ ਮਖਿਆਲ ਤੋਂ ਹੱਥ ਬਚਾ ਕਰਕੇ ਤੂੰ ਬਾਹਰ ਨਿਕਲ ਸਕਦਾ ਹੈ, ਤਾਂ ਫਿਰ ਉਹ ਜੀਵ ਨੂੰ ਸਮਝ ਪੈਂਦੀ, ਨਹੀਂ ਤੇ ਉੱਥੇ ਕੋਈ ਟੱਕਰਾ ਮਾਰਦਾ ਰਹਿੰਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਜੀਵ ਦੀ ਹਾਲਤ ਹੈ। 84 ਦਰਵਾਜ਼ਿਆਂ ਵਾਲਾ ਜਿਹੜਾ ਕਿਲਾ ਹੈ ਨਾ, ਜਾਣ ਕੇ 84 ਲੱਖ ਜੂਨਾਂ ਨੇ, ਕੇਵਲ ਇੱਕੋ ਦਰਵਾਜ਼ਾ ਖੁੱਲ੍ਹਿਆ ਹੋਇਆ ਮਨੁੱਖਾ ਜੀਵਨ ਵਾਲਾ, ਪਰਮੇਸ਼ਰ ਦੇ ਨਾਲ ਮਿਲਣੇ ਦਾ, ਇਸ ਸੰਸਾਰ ਤੋਂ ਬਾਹਰ ਨਿਕਲਣੇ ਦਾ, ਸੰਸਾਰ ਰੂਪੀ ਕੈਦਖਾਨੇ ਤੋਂ ਬਾਹਰ ਜਾਣੇ ਦਾ ਕੇਵਲ ਇੱਕੋ ਦਰਵਾਜ਼ਾ ਖੁੱਲ੍ਹਾ, ਉਹ ਹੈ ਮਨੁੱਖਾ ਜੀਵਨ ਵਾਲਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਰੂਪੀ ਮਖਿਆਲ ਲੱਗੀ ਹੋਈ ਹੈ, ਇਹ ਜੀਵ ਸ਼ਰਧਾ ਰੂਪੀ ਕੇਸਾਂ ਤੋਂ ਬਿਨਾਂ ਗੰਜਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਵੈਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਧਾ ਹੈ, ਦਿਸਦਾ ਵੀ ਨਹੀਂ, ਪਰਮਾਰਥ ਦਾ ਰਸਤਾ ਨਹੀਂ ਨਜ਼ਰ ਆਉਂਦਾ ਕਿ ਇਸ ਰਸਤੇ ਤੇ ਚੱਲ ਕੇ ਰੱਬ ਨੂੰ ਪਾ ਸਕਦਾ। ਮਹਾਰਾਜ ਕਹਿੰਦੇ ਵੈਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਧਾ ਹੈ। ਤੋ ਇਸੇ ਪ੍ਰਕਾਰ ਇਹ ਜੀਵ ਦੇ ਪੱਲੇ ਪਰਮੇਸ਼ਰ ਦਾ ਭਜਨ ਵੀ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ, ਸ਼ੁਭ ਗੁਣਾਂ ਤੋਂ ਰਹਿਤ ਹੋਣੇ ਕਰਕੇ ਟੁੰਡਾ ਹੈ ਤੇ ਮਾਇਆ ਰੂਪੀ ਮਖਿਆਲ ਤੇ ਹੱਥ ਵੱਜ ਜਾਂਦਾ ਹੈ। ਸਾਰੀ ਜ਼ਿੰਦਗੀ ਇਸ ਜੜ ਤੇ ਚੇਤਨ ਮਾਇਆ ਵਿੱਚ ਹੀ ਹਰ ਸਮੇਂ ਜੁੜਿਆ ਰਹਿੰਦਾ ਹੈ। ਜੀਵਨ ਲੰਘ ਜਾਂਦਾ ਹੈ, ਫਿਰ 84 ਲੱਖ ਗੇੜੇ ਦੇ ਵਿੱਚ ਪੈ ਜਾਂਦਾ ਹੈ, ਕਦੇ ਕਿਸੇ ਜੂਨ, ਕਦੇ ਕੋਈ ਸਰੀਰ ਧਾਰਨ ਕਰਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਇਦਾਂ ਦੀ ਇਸ ਅਗਿਆਤ ਜੀਵ ਦੀ ਹਾਲਤ ਹੈ। ਪਰਮਾਤਮਾ ਨੇ ਦੁਰਲਭ ਦੇਹੀ ਦਿੱਤੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਦੁਰਲਭ ਦੇਹ ਸਵਾਰ, ਇਹਨੂੰ ਸਵਾਰ ਲੈ, ਇਹਨੂੰ ਸਫਲਿਆਂ ਕਰ ਲੈ। ਸੰਸਾਰ ਵਿੱਚ ਆਇਆ ਹੋਇਆ ਜੀਵਨ ਮਹਾਰਾਜ ਕਿਵੇਂ ਸਫਲਾ ਹੋ ਸਕਦਾ ਹੈ? ਮਹਾਰਾਜ ਕਹਿੰਦੇ ਜਿਵੇਂ ਗੁਰਮੁਖ ਜਨਾਂ ਨੇ ਜੀਵਨ ਆਪਣਾ ਸਫਲਾ ਕੀਤਾ ਹੈ ਨਾ, ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਗੁਰਮੁਖ ਜਨਾਂ ਨੇ ਆਪਣੇ ਜੀਵਨ ਨੂੰ ਸਵਾਰਿਆ ਹੈ, ਮਨਮੁਖਾਂ ਨੇ ਆਪਣੇ ਜੀਵਨ ਨੂੰ ਅਜ਼ਾਈਂ ਗਵਾਇਆ ਹੈ, ਪਰ ਗੁਰਮੁਖ ਜਨਾਂ ਨੇ ਆਪਣੇ ਜੀਵਨ ਨੂੰ ਸਵਾਰ ਕੇ ਸਫਲੀਆਂ ਕਰਕੇ ਸੰਸਾਰ ਤੋਂ ਜਾਣਾ ਕੀਤਾ ਹੈ।
ਮਹਾਰਾਜ ਸਾਹਿਬ ਜੀ ਨੇ ਜਿਵੇਂ ਗੁਰਬਾਣੀ ਵਿੱਚ ਬਚਨ ਕਹੇ ਹੈ, ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ ਹੈ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਜਨ ਜੀਵਨ ਦੀ ਸਫਲਤਾ ਦਾ ਸਵਾਰਨ ਦਾ ਲਾਹਾ ਲੈ ਕੇ ਸੰਸਾਰ ਤੋਂ ਗਏ ਹੈ, ਪਰ ਮਨਮੁਖ ਜਨਾਂ ਨੇ ਆਪਣਾ ਜੀਵਨ ਅਜਾਈਂ ਗਵਾ ਲਿਆ। ਨਹੀਂ ਮਹਾਰਾਜ ਕਹਿੰਦੇ ਦੀ ਕਦਰ ਜਾਣਨਾ ਕੀਤੀ। ਇਸ ਦੁਰਲਭ ਮਿਲੇ ਹੋਏ ਜੀਵਨ ਨੂੰ ਮਹਾਰਾਜ ਕਹਿੰਦੇ ਅਕਾਰਥੀ ਗਵਾ ਲਿਆ। ਕੇਵਲ ਖਾ ਲਿਆ, ਪਹਿਨ ਲਿਆ, ਗੱਲਾਂ ਬਾਤਾਂ ਕਰ ਲਈਆਂ, ਸੌ ਲਿਆ, ਸੰਸਾਰ ਦੇ ਵਿਸ਼ੇ ਵਿਕਾਰਾਂ ਨੂੰ ਭੋਗ ਲਿਆ, ਮਾਇਆ ਦੇ ਸੁੱਖਾਂ ਨੂੰ ਮਾਲ ਲਿਆ। ਬਸ ਇਸੇ ਜ਼ਿੰਦਗੀ ਵਿੱਚ ਸਾਰਾ ਆਪਣਾ ਜੀਵਨ ਇਸੇ ਤਰ੍ਹਾਂ ਲੰਘਾ ਦਿੱਤਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਹੈ ਜੀਵ ਦੁਰਲਭ ਦੇਹ ਸਵਾਰ। ਇਹ ਮਿਲੀ ਹੋ ਦੁਰਲਭ ਦੇਹੀ ਨੂੰ ਮਹਾਰਾਜ ਕਹਿੰਦੇ ਤੂੰ ਸਵਾਰ ਲੈਣਾ ਕਰ। ਭਜਨ ਬੰਦਗੀ ਕਰਕੇ ਮਹਾਰਾਜ ਕਹਿੰਦੇ ਸਵਾਰ ਲੈ। ਪਰਮੇਸ਼ਰ ਦੀ ਪ੍ਰਾਪਤੀ ਕਰਕੇ ਇਸ ਨੂੰ ਸਫਲਿਆਂ ਬਣਾ ਲੈਣਾ ਕਰ। ਜਾਹੇ ਨਾ ਦਰਗਹ ਹਾਰ। ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਜਾ ਕੇ ਫਿਰ ਤੈਨੂੰ ਹਾਰ ਨਹੀਂ ਖਾਣੀ ਪਵੇਗੀ, ਭਾਵ ਮੁਨਕਰ ਨਹੀਂ ਹੋਣਾ ਪਵੇਗਾ। ਹਾਰ ਦਾ ਤੈਨੂੰ ਮੁਖ ਨਹੀਂ ਦੇਖਣਾ ਪਵੇਗਾ। ਤੂੰ ਹਾਰ ਕੇ ਪਰਮੇਸ਼ਰ ਦੇ ਘਰ ਵਿੱਚ ਨਹੀਂ ਜਾਵੇਂਗਾ। ਜਿੱਤ ਪ੍ਰਾਪਤ ਕਰਕੇ ਸੰਸਾਰ ਤੋਂ ਜਾਵੇਂਗਾ ਰੱਬ ਦੇ ਘਰ ਵਿੱਚ। ਨਹੀਂ ਤਾਂ ਜਿਹੜੇ ਜੀਵਨ ਬਾਜੀ ਨੂੰ ਹਾਰ ਕੇ ਜਾਂਦੇ ਆ ਨਾ, ਧਰਮ ਰਾਜਾ ਫਿਰ ਉਹਨਾਂ ਨੂੰ ਕਰਮਾਂ ਦੇ ਅਨੁਸਾਰ ਵਿਚਾਰ ਕਰਕੇ ਸੰਸਾਰ ਦੀਆਂ ਟੇਢੀਆਂ ਜੂਨਾਂ ਵਿੱਚ ਜਨਮ ਦੇ ਦੇਣਾ ਕਰਦਾ ਹੈ। ਕਦੇ ਕਿਸੇ ਜੂਨ ਨੂੰ ਕਦੇ ਕੋਈ ਸਰੀਰ ਜੀਵ ਧਾਰਨ ਕਰ ਲੈਂਦਾ ਹੈ, ਕਦੇ ਕਿਸੇ ਸਰੀਰ ਨੂੰ ਧਾਰਨ ਕਰ ਲੈਂਦਾ। ਮਹਾਰਾਜ ਕਹਿੰਦੇ ਉਹਨਾਂ ਦੀ ਪਰਾਰਬਧ ਅਨੁਸਾਰ ਜਿੱਦਾਂ ਦੇ ਕਮਾਏ ਹੋਏ ਕਰਮ ਹੁੰਦੇ ਆ, ਉਹ ਕਰਮਾਂ ਦੇ ਅਨੁਸਾਰ ਜੀਵ ਫਿਰ ਸੰਸਾਰ ਦੇ ਵਿੱਚ ਆਉਂਦਾ ਹੈ। ਪਰ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਪਏ ਆ, ਇਹ ਜੀਵ ਜੇ ਤੂੰ ਆਪਣੇ ਜੀਵਨ ਨੂੰ ਸਵਾਰ ਲੈਣਾ ਕਰੇਗਾ, ਜਾਹੇ ਨਾ ਦਰਗਹ ਹਾਰ। ਪ੍ਰਮਾਤਮਾ ਦੇ ਘਰ ਵਿੱਚ ਤੂੰ ਹਾਰ ਕਰਕੇ ਨਹੀਂ ਜਾਵੇਂਗਾ, ਜਿੱਤ ਪ੍ਰਾਪਤ ਕਰਕੇ ਜਾਵੇਂਗਾ। ਜਿਹੜੇ ਸੰਸਾਰ ਦੇ ਮਨਮੁਖ ਤੇ ਸਾਖਤ ਜੀਵ ਹੈ, ਜਿਨ੍ਹਾਂ ਨੇ ਸੱਚ ਦਾ ਪੱਲਾ ਛੱਡ ਕੇ ਕੂੜ ਦਾ ਪੱਲਾ, ਝੂਠ ਦਾ ਪੱਲਾ ਫੜਨਾ ਕੀਤਾ ਹੈ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਨੇ ਜਵਾਰੀਆਂ ਦੀ ਤਰ੍ਹਾਂ ਆਪਣੇ ਜੀਵਨ ਦੀ ਬਾਜੀ ਤੋਂ ਹਾਰ ਖਾ ਲਈ ਹੈ। ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਵੈ ਹਾਰਿਆ। ਉਹ ਜਵਾਰੀਆਂ ਦੇ ਵਾਂਗ ਹਾਰ ਕੇ ਸੰਸਾਰ ਤੋਂ ਨਿਰਾਸ਼ੇ ਹੋ ਕੇ ਗਏ ਹੈ। ਪਰ ਜਿਨ੍ਹਾਂ ਨੇ ਜੀਵਨ ਨੂੰ ਸਵਾਰ ਲਿਆ, ਜਾਹੇ ਨਾ ਦਰਗਹ ਹਾਰ, ਉਹ ਪਰਮਾਤਮਾ ਜੀ ਦੇ ਘਰ ਵਿੱਚ ਨਹੀਂ ਮਹਾਰਾਜ ਕਹਿੰਦੇ ਹਾਰ ਖਾ ਕਰਕੇ ਜਾਂਦੇ। ਰੱਬ ਦੇ ਘਰ ਵਿੱਚ ਉਹਨਾਂ ਨੂੰ ਹਾਰਨਾ ਨਹੀਂ ਪੈਂਦਾ, ਜਿੱਤ ਕੇ ਜਾਂਦੇ ਹੈ। ਜੀਵਨ ਦੀ ਬਾਜੀ ਮਹਾਰਾਜ ਕਹਿੰਦੇ ਜਿੱਤ ਗਏ ਹੈ ਜਿਨ੍ਹਾਂ ਗੁਰਮੁਖਾਂ ਨੇ ਜੀਵਨ ਨੂੰ ਸਵਾਰਿਆ ਹੈ। ਹਾਲਤ ਪਲਤ ਤੁਧ ਹੋਏ ਵਡਿਆਈ। ਇਹ ਪ੍ਰਾਣਾ ਧਾਰੀ ਜੀਵ, ਲੋਕ ਪਰਲੋਕ ਵਿੱਚ ਤੈਨੂੰ ਸੱਚੀ ਵਡਿਆਈ ਪ੍ਰਾਪਤ ਹੋਵੇਗੀ। ਇਸ ਸੰਸਾਰ ਦੀਆਂ ਵਡਿਆਈ ਤੇ ਕੇਵਲ 4 ਕੁ ਦਿਨਾਂ ਦੀਆਂ, ਜਿੰਨੀਆਂ ਵੀ ਸੰਸਾਰ ਦੀਆਂ ਵਡਿਆਈਆਂ ਨੇ ਬਹੁਤਾ ਸਮਾਂ ਨਹੀਂ। ਵਾਹਿਗੁਰੂ ਦੇ ਨਾਮ ਦੀ, ਪਰਮੇਸ਼ਰ ਦੇ ਭਜਨ ਬੰਦਗੀ ਦੀ ਜਿਹੜੀ ਵਡਿਆਈ ਹੈ ਨਾ, ਜਾਂ ਬੰਦਗੀ ਕਰਕੇ ਫਿਰ ਵਾਹਿਗੁਰੂ ਦੇ ਸਰੂਪ ਦੀ ਵਡਿਆਈ ਪ੍ਰਾਪਤ ਹੋਣੀ, ਉਹ ਸਦੀਵੀ ਕਾਲ ਜੁਗੋ ਜੁਗ ਅਟਲ ਰਹਿੰਦੀ ਹੈ। ਉਹ ਵਡਿਆਈ ਕਦੇ ਮੁੱਕਦੀ ਨਹੀਂ, ਕਦੇ ਘਟਦੀ ਨਹੀਂ, ਸਦਾ ਅਟਲ ਹੈ, ਅਮਰ ਹੈ। ਮਹਾਰਾਜ ਕਹਿੰਦੇ ਹਲਤ ਪਲਤ ਐਸ ਲੋਕ ਵਿੱਚ ਅਤੇ ਪਰਲੋਕ ਵਿੱਚ ਤੁਧ ਹੋਏ ਵਡਿਆਈ। ਇਹ ਜੀਵ ਤੈਨੂੰ ਵਾਹਿਗੁਰੂ ਜੀ ਦੇ ਸਰੂਪ ਦੀ ਵਡਿਆਈ ਪ੍ਰਾਪਤ ਹੋਵੇਗੀ। ਅੰਤ ਕੀ ਬੇਲਾ ਲੈ ਛਡਾਈ। ਤੇ ਜਦੋਂ ਤੇਰਾ ਅੰਤ ਸਮਾਂ ਆਵੇਗਾ ਨਾ, ਪਰਮਾਤਮਾ ਸੰਸਾਰ ਦੇ ਬੰਧਨਾਂ ਤੋਂ ਤੈਨੂੰ ਛਡਾ ਕੇ ਆਪਣੇ ਸਰੂਪ ਦੇ ਵਿੱਚ ਮਿਲ ਲਵੇਗਾ। ਅੰਤ ਕੀ ਬੇਲਾ ਲੈ ਛਡਾਈ, ਕਿਉਂਕਿ ਉਸ ਪਰਮੇਸ਼ਰ ਤੋਂ ਬਿਨਾਂ ਕੋਈ ਨਹੀਂ ਤੈਨੂੰ ਛਡਾਉਣ ਵਾਲਾ। ਸਤਿਗੁਰੂ ਜੀ ਤੋਂ ਬਿਨਾਂ ਕੋਈ ਨਹੀਂ ਤੇਰੀ ਬਾਂਹ ਫੜਨ ਵਾਲਾ। ਮਹਾਰਾਜ ਡੁੱਬਦਿਆਂ ਹੋਇਆਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੰਦੇ ਐ। ਇਹ ਜੀਵ ਜੇ ਸੱਚੇ ਪਾਤਸ਼ਾਹ ਜੀ ਦਾ ਪੱਲਾ ਫੜ ਲਵੇ, ਮਹਾਰਾਜ ਦੇ ਸ਼ਬਦ ਦਾ ਆਸਰਾ ਲੈ ਲਵੇ, ਸਤਿਗੁਰੂ ਜੀ ਦਾ ਸ਼ਬਦ ਕਦੇ ਤੈਨੂੰ ਸੰਸਾਰ ਸਾਗਰ ਵਿੱਚ ਡੁੱਬਣ ਨਹੀਂ ਦੇਵੇਗਾ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਘਰ ਤੈਨੂੰ ਪਹੁੰਚਾ ਦੇਣਾ ਕਰੇਗਾ, ਕਿਉਂਕਿ ਅੰਤ ਸਮੇਂ ਸਤਿਗੁਰੂ ਜੀ ਤੋਂ ਬਿਨਾਂ ਕੋਈ ਵੀ ਤੇਰੀ ਸਹਾਇਕ ਬਣਨ ਵਾਲਾ ਨਹੀਂ, ਤੇਰੀ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ।
ਸੰਸਾਰ ਦੇ ਜੀਵਾਂ ਦਾ ਜਿਹੜਾ ਬਲ ਹੈ ਨਾ, ਇਹ ਕੇਵਲ ਸੰਸਾਰ ਤੱਕ ਸੀਮਤ ਹੈ। ਪਰ ਲੋਕ ਰਸਤੇ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ। ਜਮਾਂ ਦੀ ਮਾਰ ਤੋਂ ਪਰਮੇਸ਼ਰ ਦੇ ਸਿਮਰਨ ਨੇ ਤੈਨੂੰ ਬਚਾਉਣਾ ਹੈ। ਇਸ ਕਰਕੇ ਇਹ ਜੀਵਾ ਤੂੰ ਭਜਨ ਬੰਦਗੀ ਕਰਕੇ, ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਵਾਰ ਲੈਣਾ ਕਰ। ਰਾਮ ਕੇ ਗੁਣ ਗਾਓ, हे ਜੀਵ ਰਮੇ ਹੋ ਰਮੰਤੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਰ। ਹਾਲਤ ਪਲਤ ਹੋਏ ਦੋਵੇਂ ਸੁਹੇਲੇ, ਲੋਕ ਪਰਲੋਕ ਦੋਵੇਂ ਤੇਰੇ ਸੁਹੇਲੇ ਹੋ ਜਾਣਗੇ। ਇਸ ਲੋਕ ਵਿੱਚ ਤੇਰਾ ਜੀਵਨ ਮਹਾਰਾਜ ਕਹਿੰਦੇ ਸੁਖਾਲਾ ਹੋ ਜਾਵੇਗਾ, ਸੁਖੀ ਵਸੇਗਾ। ਪਰਮਾਤਮਾ ਦੇ ਘਰ ਵਿੱਚ ਵੀ ਸਰੂਪ ਰੂਪੀ ਸੁਖ ਤੈਨੂੰ ਪ੍ਰਾਪਤ ਹੋਵੇਗਾ। ਜੀਵਨ ਕਾਲ ਦੌਰਾਨ ਇਸ ਲੋਕ ਵਿੱਚ ਵੀ ਮਹਾਰਾਜ ਕਹਿੰਦੇ ਤੈਨੂੰ ਸੁਖ ਮਿਲੇਗਾ, ਆਤਮਿਕ ਸੁਖ ਮਾਣੇਗਾ ਅਤੇ ਪਰਮਾਤਮਾ ਦੇ ਘਰ ਪਰਲੋਕ ਵਿੱਚ ਵੀ ਤੈਨੂੰ ਸੁਖ ਪ੍ਰਾਪਤ ਹੋਵੇਗਾ। ਅਚਰਜ ਪੁਰਖ ਧਿਆਓ, ਇਸ ਕਰਕੇ ਇਹ ਜੀਵ ਅਚਰਜ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਣਾ ਕਰ, ਜੋ ਸਦੀਵੀ ਕਾਲ ਸਤ ਹੈ, ਸਦਾ ਸਤ ਹੈ, ਜੁਗੋ ਜੁਗ ਅਟੱਲ ਰਹਿਣ ਵਾਲਾ ਉਸ ਪਰਮਾਤਮਾ ਜੀ ਦਾ ਸਰੂਪ ਹੈ। ਜਿਸ ਪਰਮੇਸ਼ਰ ਦੇ ਨਾਮ ਦੀ ਐਸੀ ਭਾਰੀ ਵਡਿਆਈ ਹੈ, ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਤੇਰਾ ਜੀਵਨ ਸਵਰਨ ਵਾਲਾ ਹੈ, ਲੋਕ ਪਰਲੋਕ ਵਿੱਚ ਤੇਰੀ ਰੱਖਿਆ ਹੋਣ ਵਾਲੀ, ਸਭ ਥਾਵਾਂ ਤੇ ਤੇਰੀ ਸਹਾਇਤਾ ਹੋਣ ਵਾਲੀ ਹੈ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਹੈ ਜੀਵ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕਰ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਆ, ਉਠਤ ਬੈਠਤ ਹਰ ਜਾਪ। हे ਮਹਾਰਾਜ ਕਿੰਨਾ ਕੁ ਸਮਾਂ ਜਾਪ ਕਰੀਏ ਪਰਮੇਸ਼ਰ ਦਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉੱਠਦਿਆਂ ਬਹਿੰਦਿਆਂ ਹਰ ਸਮੇਂ ਪਰਮੇਸ਼ਰ ਦਾ ਜਾਪ ਕਰ। ਮਹਾਰਾਜ ਕਹਿੰਦੇ ਭਾਵੇਂ ਉੱਠ ਕਰਕੇ ਕਿਤੇ ਜਾਂਦਾ ਹੈ, ਰਸਤੇ ਤੇ ਚੱਲਦਿਆਂ ਵੀ ਪਰਮੇਸ਼ਰ ਦਾ ਚਿੰਤਨ ਕਰਿਆ ਕਰ। ਬੈਠਦਿਆਂ ਵੀ, ਸੌਂਦਿਆਂ ਵੀ, ਜਾਗਦਿਆਂ ਵੀ ਹਰ ਸਮੇਂ ਪਰਮੇਸ਼ਰ ਦਾ ਜਾਪ ਕਰਨਾ ਚਾਹੀਦਾ ਹੈ। ਭਾਵ ਕਦੇ ਉਸ ਪਰਮਾਤਮਾ ਨੂੰ ਵਿਸਾਰਨਾ ਨਹੀਂ ਚਾਹੀਦਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਹਰ ਸਵਾਸ ਦੇ ਨਾਲ ਹਰ ਸਮੇਂ ਜਾਪ ਕਰਿਆ ਕਰ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਊਠਤ ਬੈਠਤ ਹਰ ਜਾਪ। ਜੇ ਕਿਤੇ ਇਹ ਪ੍ਰਾਣਾ ਧਾਰੀ ਜੀਵ ਸੰਸਾਰ ਦੇ ਵਿੱਚ ਰਹਿੰਦਾ ਹੈ ਨਾ, ਸਰੀਰ ਕਰਕੇ ਚਿੱਤ ਬਿਰਤੀ ਨੂੰ ਉਠਾ ਕੇ ਪਰਮੇਸ਼ਰ ਦਾ ਜਾਪ ਕਰ। ਊਠਤ ਭਾਵ ਉੱਠ ਕਰਕੇ, ਸੁਰਤ ਕਰਕੇ, ਸੰਸਾਰ ਤੋਂ ਉੱਠ ਕੇ ਪਰਮੇਸ਼ਰ ਦਾ ਜਾਪ ਕਰਿਆ ਕਰ। ਤੇ ਬੈਠਤ, ਜੇ ਬੈਠਣਾ ਹੈ ਨਾ, ਨਿਰਵਿਕਲਪ ਸਮਾਧੀ ਵਿੱਚ ਬੈਠ ਕੇ ਪਰਮੇਸ਼ਰ ਦਾ ਜਾਪ ਕਰ। ਜੇ ਉੱਠ ਕੇ ਜਾਪ ਕਰਨਾ ਹੈ, ਇਸ ਸੰਸਾਰ ਨੂੰ ਆਪਣੀ ਸੁਰਤ ਨੂੰ ਸੰਸਾਰ ਤੋਂ ਉੱਚੀਆਂ ਉਠਾ ਕਰਕੇ ਪਰਮੇਸ਼ਰ ਦਾ ਜਾਪ ਕਰ। ਅਥਵਾ ਤੇਰੀ ਜਿਹੜੀ ਸੁਰਤ ਹੈ ਨਾ, ਸੰਸਾਰ ਦੇ ਵਿੱਚ ਖੁੱਭੀ ਹੋਈ ਹੈ, ਇਹਨੂੰ ਮਹਾਰਾਜ ਕਹਿੰਦੇ ਉੱਚੀਆਂ ਉਠਾ ਕੇ ਪਰਮੇਸ਼ਰ ਦਾ ਜਾਪ ਕਰ, ਤਾਂ ਫਿਰ ਤੈਨੂੰ ਪੂਰਾ ਲਾਭ ਪ੍ਰਾਪਤ ਹੋਵੇਗਾ। ਤੇ ਬੈਠਤ ਮਹਾਰਾਜ ਕਹਿੰਦੇ ਨਿਰਵਿਕਲਪ ਸਮਾਧੀ ਵਿੱਚ ਲੀਨ ਹੋ ਕਰਕੇ ਅਡੋਲ ਬੈਠ ਕੇ ਪਰਮੇਸ਼ਰ ਦਾ ਜਾਪ ਕਰਨਾ ਕਰ। ਬਿਨਸੈ ਸਗਲ ਸੰਤਾਪ। ਤੇਰੇ ਸਾਰੇ ਜੀਵਨ ਵਿੱਚ ਪੈਣ ਵਾਲੇ ਜਿਹੜੇ ਤਾਪ ਹੈ ਨਾ, ਉਹ ਬਿਨਸ ਜਾਣਗੇ। ਕਿਸੇ ਪ੍ਰਕਾਰ ਦਾ ਤਾਪ ਨਹੀਂ ਤੇਰੇ ਜੀਵਨ ਵਿੱਚ ਲੱਗੇਗਾ। ਆਦਿ ਬਿਆਦਿ ਉਪਾਦਿ ਤਿੰਨੇ ਤਰ੍ਹਾਂ ਦੇ ਤਾਪ। ਫਿਰ ਤੇਰੇ ਹਿਰਦੇ ਅੰਦਰ ਜਿਹੜਾ ਤ੍ਰਿਸ਼ਨਾ ਦਾ ਤਾਪ, ਈਰਖਾ ਦਾ ਤਾਪ, ਕ੍ਰੋਧ ਦਾ ਤਾਪ, ਔਗਣਾ ਦਾ ਤਾਪ, ਜਿਨ੍ਹਾਂ ਕਰਕੇ ਹਰ ਸਮੇਂ ਤੂੰ ਤਪਦਾ ਰਹਿੰਦਾ, ਤੇਰੇ ਹਿਰਦੇ ਨੂੰ ਸ਼ਾਂਤੀ ਮਿਲਦੀ ਨਹੀਂ, ਹਰ ਸਮੇਂ ਤਪਦਾ ਰਹਿੰਦਾ। ਮਹਾਰਾਜ ਕਹਿੰਦੇ ਬਿਨਸੇ ਸਗਲੇ ਤਾਪ। ਉਹ ਸਾਰੇ ਬਿਨਸ ਜਾਣਗੇ, ਸਾਰੇ ਦੂਰ ਹੋ ਜਾਣਗੇ, ਨਾਸ਼ ਹੋ ਜਾਣੇ ਹੈ, ਜੇ ਕਿਤੇ ਵਾਹਿਗੁਰੂ ਜੀ ਦਾ ਸਿਮਰਨ ਕਰ ਲੈਣਾ ਕਰੇ। ਵੈਰੀ ਸਭ ਹੋਵੇ ਮੀਤ। ਫਿਰ ਜਿੰਨੇ ਵੀ ਤੇਰੇ ਦੁਸ਼ਮਣ ਹੈ ਨਾ, ਵੈਰ ਭਾਵਨਾ ਰੱਖਦੇ ਤੇਰੇ ਨਾਲ, ਉਹ ਤੇਰੇ ਮੀਤ ਮਿੱਤਰ ਬਣ ਜਾਣਗੇ। ਮਹਾਰਾਜ ਕਹਿੰਦੇ ਤੇਰੇ ਮਿੱਤਰ ਬਣ ਜਾਣਗੇ ਜੇ ਪ੍ਰਮਾਤਮਾ ਦਾ ਸਿਮਰਨ ਕਰੇ। ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਨੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਵਾਹਿਗੁਰੂ ਜੀ ਦੇ ਸਿਮਰਨ ਦਾ ਬਹੁਤ ਵੱਡਾ ਮਹਾਤਮ ਦਰਸਾਇਆ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਹਿਰਦੇ ਕਰਕੇ, ਵੇਖਿਆ ਭਯੰਤ ਅੰਮ੍ਰਿਤੰ ਦ੍ਰਿਸ਼ਟਾਂ ਸਖਾ ਸਵਜਨ ਹੈ।
ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜੇ ਕੋਈ ਜ਼ਹਿਰ ਵੀ ਕੋਈ ਦੇ ਦੇਵੇ ਉਹ ਵੀ ਅੰਮ੍ਰਿਤ ਵਾਂਗ ਉਹਨਾਂ ਨੂੰ ਲੱਗਦੀ, ਅੰਮ੍ਰਿਤ ਦੀ ਤਰ੍ਹਾਂ ਮਿੱਠੀ ਲੱਗਦੀ ਹੈ। ਜ਼ਹਿਰ ਵੀ ਉਹਨਾਂ ਦੇ ਅੰਦਰ ਜਾ ਕੇ ਕੋਈ ਨੁਕਸਾਨ ਨਹੀਂ ਕਰ ਸਕਦੀ, ਕੋਈ ਆਪਣਾ ਅਸਰ ਨਹੀਂ ਪਾ ਸਕਦੀ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦਾ ਸਿਮਰਨ ਚੱਲਦਾ ਹੈ। ਤੇ ਮਹਾਰਾਜ ਕਹਿੰਦੇ ਦ੍ਰਿਸ਼ਟਾ ਸਖਾ ਸਵੱਜਨ ਹੈ, ਐਸੀ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ, ਉਹਨਾਂ ਦੇ ਦੁਸ਼ਮਣ ਵੀ ਸਖੀਆਂ ਦੀ ਤਰ੍ਹਾਂ ਸੱਜਣਾਂ ਦੀ ਤਰ੍ਹਾਂ ਬਣ ਜਾਂਦੇ। ਮਹਾਰਾਜ ਕਹਿੰਦੇ ਉਹਨਾਂ ਦੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ। ਪ੍ਰਤੱਖ ਵੀ ਜਿਹੜੇ ਦੁਸ਼ਮਣ ਕੋਈ ਵੈਰ ਭਾਵਨਾ ਰੱਖਦੇ ਹੈ, ਪ੍ਰਮਾਤਮਾ ਉਹਨਾਂ ਦੇ ਸੁਭਾਅ ਬਦਲ ਦਿੰਦਾ, ਉਹਨਾਂ ਦੇ ਵਿਚਾਰ ਬਦਲ ਦਿੰਦਾ। ਜਿਹੜੇ ਵੈਰ ਭਾਵਨਾ ਰੱਖਦੇ ਆ ਨਾ, ਮਰਨ ਮਰਾਉਣ ਦੀਆਂ ਹਰ ਸਮੇਂ ਗੱਲਾਂ ਹੀ ਕਰਦੇ ਰਹਿੰਦੇ, ਇਹਨੂੰ ਮਾਰ ਹੀ ਦੇਣਾ, ਇਹਨੂੰ ਜਿਉਂਦਾ ਹੀ ਨਹੀਂ ਛੱਡਣਾ, ਉਹ ਵੀ ਮਹਾਰਾਜ ਕਹਿੰਦੇ ਮਿੱਤਰ ਬਣ ਜਾਂਦੇ। ਇੰਨਾ ਵੱਡਾ ਪ੍ਰਤਾਪ ਹੈ ਵਾਹਿਗੁਰੂ ਜੀ ਦੇ ਸਿਮਰਨ ਦਾ। ਜੇ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪਵੇ, ਬੰਦਗੀ ਕਰਨ ਲੱਗ ਪਵੇ, ਪ੍ਰਮਾਤਮਾ ਉਹਨਾਂ ਦੇ ਸੁਭਾਅ ਹੀ ਬਦਲ ਦਿੰਦਾ। ਜੀ ਇਹਦੇ ਨਾਲ ਕਾਹਦੀ ਵੈਰ ਭਾਵਨਾ ਰੱਖਣੀ, ਤਾਂ ਬੰਦਗੀ ਕਰਨ ਲੱਗ ਪਿਆ, ਇਹ ਤਾਂ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪਿਆ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ, ਇਹ ਭਗਤੀ ਕਰਦਾ ਹੈ, ਇਹਦੇ ਨਾਲ ਕਾਹਦੀ ਹੁਣ ਅਸੀਂ ਵੈਰ ਭਾਵਨਾ ਰੱਖਣੀ ਹੈ। ਨਹੀਂ ਤੇ ਕਈ ਪੀੜ੍ਹੀਆਂ ਤੱਕ ਕਈ ਵੈਰ ਭਾਵਨਾ ਛੱਡਦੇ ਹੀ ਨਹੀਂ ਹੈ। ਜਿਹੜਾ ਸਾਧ ਸੰਗਤ ਜੀ ਕਈ ਦਾਦੇ ਪੜਦਾਦਿਆਂ ਤੱਕ ਪਤਾ ਨਹੀਂ ਕਿੰਨੇ ਕਿੰਨੇ ਦੂਰ ਤੱਕ ਕਈ ਕੁਲਾਂ ਤੱਕ ਵੈਰ ਮਨ ਵਿੱਚ ਰੱਖਣਾ ਕਰਦੇ ਆ ਕਿ ਤੁਹਾਡੇ ਵਡੇਰਿਆਂ ਨੇ ਸਾਡੇ ਨੂੰ ਮਾਰੇ ਤੇ ਆਪ ਅਸੀਂ ਵੀ ਬਦਲਾ ਲੈਣਾ, ਸਾਡਾ ਨੁਕਸਾਨ ਕੀਤਾ ਸੀ ਅਸੀਂ ਤੁਹਾਡਾ 4 ਗੁਣਾ ਵੱਧ ਕਰਕੇ ਦੱਸਣਾ। ਕਈ ਪੀੜ੍ਹੀਆਂ ਤੱਕ ਵੈਰ ਛੱਡਦੇ ਹੀ ਨਹੀਂ ਹੈ। ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਆਖਰੇ ਗੁਰਸਿੱਖੋ ਬੈਰੀ ਸਭ ਹੋਵੇ ਮੀਤ। ਵਾਹਿਗੁਰੂ ਜੀ ਦਾ ਸਿਮਰਨ ਕਰਨੇ ਕਰਕੇ ਵੈਰੀ ਵੀ ਮਿੱਤਰ ਬਣ ਜਾਂਦੇ, ਦੁਸ਼ਮਣ ਵੀ ਮਹਾਰਾਜ ਕਹਿੰਦੇ ਮਿੱਤਰ ਬਣ ਜਾਣਗੇ। ਨਿਰਮਲ ਤੇਰਾ ਹੋਵੇ ਚੀਤ। ਇਹ ਪ੍ਰਾਣਾ ਧਾਰੇ ਜੀਵ, ਤੇਰਾ ਜਿਹੜਾ ਚਿੱਤ ਹੈ ਨਾ ਇਹ ਉਜਲ ਹੋ ਜਾਵੇਗਾ। ਜਿਹੜਾ ਹਿਰਦਾ ਤੇਰਾ ਮੈਲ ਦੇ ਸਹਿਤ ਹੋ ਕੇ ਰਹਿੰਦਾ ਨਾ, ਹਰ ਸਮੇਂ ਰਾਗ ਦਵੇਸ਼ ਦੀ ਮੈਲ ਹਰ ਸਮੇਂ ਮਹਾਰਾਜ ਕਹਿੰਦੇ ਇਹਦੇ ਉੱਪਰ ਲੱਗੀ ਰਹਿੰਦੀ ਹੈ। ਫਿਰ ਮਲ ਵਿਖੇਪ ਆਵਰਨ, ਇਹ 3 ਪ੍ਰਕਾਰ ਦੀ ਮੈਲ ਇਹ ਪੜਦੇ ਮੰਨੇ ਵਿਦਵਾਨ ਪੁਰਖਾਂ ਨੇ। ਇਹ ਪੂਰਬਲੇ ਜਨਮਾਂ ਦੇ ਪਾਪ ਕਰਮਾਂ ਦੀ ਜਿਹੜੀ ਮੈਲ ਤੇਰੇ ਹਿਰਦੇ ਵਿੱਚ ਲੱਗੀ ਹੈ, ਤੇਰਾ ਹਿਰਦਾ ਮਹਾਰਾਜ ਕਹਿੰਦੇ ਉਜਲ ਹੋ ਜਾਵੇਗਾ, ਤੇਰਾ ਚਿੱਤ ਨਿਰਮਲ ਬਣ ਜਾਵੇਗਾ ਜੇ ਵਾਹਿਗੁਰੂ ਜੀ ਦਾ ਸਿਮਰਨ ਕਰ ਲੈਣਾ ਕਰੇ। ਅਥਵਾ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਬੈਰੀ ਸਭ ਹੋਵੇ ਮੀਤ। ਜਿੱਥੇ ਪ੍ਰਤੱਖ ਜੀਵਨ ਵਿੱਚ ਤੇਰੇ ਜਿਹੜੇ ਵੈਰ ਭਾਵਨਾ ਰੱਖਣ ਵਾਲੇ ਉਹਨਾਂ ਨੇ ਮਿੱਤਰ ਬਣਦਾ, ਇਸੇ ਤਰ੍ਹਾਂ ਤੇਰੇ ਅੰਦਰ ਦੇ ਜਿਹੜੇ ਦੁਸ਼ਮਣ ਆ ਨਾ, ਵਿਕਾਰਾਂ ਰੂਪੀ ਵੈਰੀ ਤੇਰੇ ਦੁਸ਼ਮਣ ਹੈ, ਮਹਾਰਾਜ ਕਹਿੰਦੇ ਉਹ ਵੀ ਤੇਰੇ ਮਿੱਤਰ ਬਣ ਜਾਣਗੇ। ਵਿਕਾਰਾਂ ਰੂਪੀ ਔਗੁਣਾ ਰੂਪੀ ਵੈਰੀਆਂ ਨੇ ਵੀ ਤੇਰੇ ਮਿੱਤਰ ਬਣ ਜਾਣਾ ਜੇ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪਵੇ। ਸੱਚੇ ਪਾਤਸ਼ਾਹ ਕਹਿੰਦੇ ਤੇਰਾ ਹਿਰਦਾ ਤੇਰਾ ਚਿੱਤ ਵੀ ਨਿਰਮਲ ਹੋ ਜਾਵੇਗਾ ਜੇ ਕਿਤੇ ਵਾਹਿਗੁਰੂ ਜੀ ਦਾ ਸਿਮਰਨ ਕਰ ਲਵੇ। ਸਭ ਤੇ ਉਤਮ ਇਹੋ ਕਰਮ। ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਉੱਤਮ ਕਰਮ ਹੈ ਜੋ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ। ਜ਼ਿੰਦਗੀ ਵੀ ਜਿੱਦਾਂ ਦੇ ਵੀ ਜੀਵ ਤੂੰ ਕਰਮ ਕਰਦਾ ਹੈ ਨਾ, ਭਾਵੇਂ ਕਹਿੰਦਾ ਕਿ ਮੈਂ ਆ ਭਲਾ ਕੰਮ ਕੀਤਾ, ਮੈਂ ਦਾਨ ਕੀਤਾ, ਮੈਂ ਪੁੰਨ ਕੀਤਾ, ਮੈਂ ਕਿਸੇ ਦੀ ਸਹਾਇਤਾ ਕਰ ਦਿੱਤੀ, ਚੰਗੀ ਗੱਲ ਹੈ। ਪਰ ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ, ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਸਭ ਤੋਂ ਉੱਤਮ ਕਰਮ ਹੈ, ਸਭ ਤੋਂ ਵੱਡਾ ਕਰਮ ਹੈ, ਸਭ ਤੋਂ ਪਵਿੱਤਰ ਹੈ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ। ਸਭ ਤੇ ਉੱਤਮ ਇਹੋ ਕਰਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨੇ ਦਾ ਸਭ ਤੋਂ ਉੱਤਮ ਕਰਮ ਜਾਣ ਲੈਣਾ ਕਰ। ਸਗਲ ਧਰਮ ਮੈਂ ਸ੍ਰੇਸ਼ਟ ਧਰਮ। ਤੇ ਫਿਰ ਧਰਮਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਧਰਮ ਵੀ ਇਹੋ ਹੈ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਨਾ ਹੈ। ਭੈ ਵਿੱਚ ਰਹਿ ਕੇ ਤੇ ਪ੍ਰੇਮ ਧਾਰਨ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ। ਇਹ ਧਰਮਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਮਹਾਰਾਜ ਕਹਿੰਦੇ ਇਹੀ ਧਰਮ ਹੈ। ਜਿਵੇਂ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਵੀ ਹਜ਼ੂਰ ਨੇ ਬਚਨ ਕਹੇ ਹੈ, ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਜੀ ਦੇ ਨਾਮ ਦਾ ਜਿਹੜਾ ਜਾਪ ਕਰਨਾ ਸਭ ਤੋਂ ਉਜਲ ਕਰਮ ਹੈ, ਸਭ ਤੋਂ ਪਵਿੱਤਰ ਕਰਮ ਹੈ। ਜਿੱਥੇ ਮਹਾਰਾਜ ਕਹਿੰਦੇ ਉੱਤਮ ਹੈ, ਉੱਥੇ ਸਭ ਤੋਂ ਸ੍ਰੇਸ਼ਟ ਧਰਮ, ਇਹ ਸ੍ਰੇਸ਼ਟ ਕਰਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਸਭ ਤੋਂ ਵੱਡਾ ਤੇ ਪਰਮ ਹੈ।
ਹਰ ਸਿਮਰਨ ਤੇਰਾ ਹੋਏ ਉਧਾਰ। ਵਾਹਿਗੁਰੂ ਜੀ ਦਾ ਸਿਮਰਨ ਕਰੇਗਾ, ਇਹ ਜੀਵ ਤੇਰਾ ਉਧਾਰ ਹੋਵੇਗਾ, ਤਾਂ ਹੀ ਤੂੰ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋਵੇਗਾ। ਜੇ ਕਿਤੇ ਪਿਆਰ ਦੇ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰੇਗਾ, ਇੱਕ ਪਰਮੇਸ਼ਰ ਦੇ ਸਿਮਰਨ ਕਰਕੇ ਹੀ ਮਹਾਰਾਜ ਕਹਿੰਦੇ ਸੰਸਾਰ ਦੇ ਅਵਗੁਣਾਂ ਦੀਆਂ ਫਾਹੀਆਂ ਨੂੰ ਕੱਟਿਆ ਜਾ ਸਕਦਾ ਹੈ। ਵਿਸ਼ੇ ਵਾਸ਼ਨਾ ਦੀਆਂ ਜੰਜੀਰਾਂ ਤੋਂ, ਫਾਹੀਆਂ ਤੋਂ ਆਜ਼ਾਦ ਹੋਇਆ ਜਾ ਸਕਦਾ ਹੈ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਸਿਮਰਨ ਕਰਕੇ। ਹੋਰ ਜਿੰਨੇ ਵੀ ਸੰਸਾਰ ਦੇ ਤੂੰ ਕਰਮ ਕਾਂਡ ਕਰਦਾ ਹੈ, ਹੋਰ ਸਾਧਨਾ ਕਰਦਾ ਹੈ, ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਪਏ ਹੋਏ ਬੰਧਨਾਂ ਤੋਂ ਨਹੀਂ ਕਦੇ ਆਜ਼ਾਦ ਹੋਇਆ ਜਾ ਸਕਦਾ। ਇਸ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। हे ਪ੍ਰਾਣਾ ਧਾਰੀ ਜੀਵ, ਜੇ ਵਾਹਿਗੁਰੂ ਦਾ ਸਿਮਰਨ ਕਰੇਗਾ, ਹਰ ਸਿਮਰਨ ਤੇਰਾ ਹੋਏ ਉਧਾਰ, ਹਰ ਪ੍ਰਕਾਰ ਤੋਂ ਮੁਕਤ ਹੋ ਜਾਵੇਗਾ। ਮਹਾਰਾਜ ਕਹਿੰਦੇ ਹਰ ਤਰ੍ਹਾਂ ਦੇ ਪਏ ਹੋਏ ਬੰਧਨਾਂ ਤੋਂ ਆਜ਼ਾਦ ਹੋ ਜਾਵੇਗਾ। ਜਨਮ ਜਨਮ ਕਾ ਉਤਰੈ ਪਾਰ। ਜਿਹੜਾ ਜਨਮਾਂ ਜਨਮਾਂਤਰਾਂ ਦਾ ਭਵ ਸਾਗਰ ਤੋਂ ਪਾਰ ਨਹੀਂ ਸੀ ਨਾ ਹੁੰਦਾ ਪਿਆ, ਬਾਰ-ਬਾਰ ਸੰਸਾਰ ਸਮੁੰਦਰ ਦੇ ਵਿੱਚ ਜੰਮਣ ਮਰਨ ਦੇ ਗੋਤੇ ਖਾਈ ਜਾਂਦਾ ਸੀ, ਬਾਰ-ਬਾਰ ਸੰਸਾਰ ਸਾਗਰ ਵਿੱਚ ਹੀ ਤੇਰਾ ਜੀਵਨ ਦਾ ਜਿਹੜਾ ਬੇੜਾ ਡੁੱਬਦਾ ਜਾ ਰਿਹਾ ਸੀਗਾ। ਮਹਾਰਾਜ ਕਹਿੰਦੇ ਉਹ ਪਾਰ ਹੋ ਜਾਵੇਗਾ। ਵਾਹਿਗੁਰੂ ਕਿਰਪਾ ਕਰਕੇ ਤੈਨੂੰ ਭਵ ਸਾਗਰ ਤੋਂ ਪਾਰ ਕਰ ਦੇਉ। ਜਨਮ ਜਨਮ ਕਾ ਉਤਰੈ ਭਾਰ। ਤੇ ਜਿਹੜਾ ਪਾਪ ਕਰਮਾਂ ਦਾ ਭਾਰ ਸਿਰ ਤੇ ਪੰਡਾ ਚੁੱਕੀਆਂ ਹੋਈਆਂ ਉਹ ਵੀ ਮਹਾਰਾਜ ਕਹਿੰਦੇ ਤੇਰਾ ਉਤਰ ਜਾਵੇਗਾ। ਪਰ ਤੱਕ ਭਾਵੇਂ ਉਹ ਨਜ਼ਰ ਨਹੀਂ ਆਉਂਦੀ ਹੈ, ਪਰ ਮਹਾਰਾਜ ਕਹਿੰਦੇ ਅੰਦਰ ਖਾਤੇ ਜੀਵ ਨੇ ਪਾਪ ਕਰਮਾਂ ਦੀ ਪਤਾ ਨਹੀਂ ਕਿੰਨੀਆਂ ਕੁ ਪੰਡਾ ਸਿਰ ਤੇ ਚੁੱਕੀਆਂ ਹੋਈਆਂ ਨੇ। ਤੇ ਜਿਸ ਮਨੁੱਖ ਨੇ ਬਹੁਤ ਸਾਰਾ ਭਾਰ ਸਿਰ ਤੇ ਚੁੱਕਿਆ ਹੋਵੇ, ਉਹਦੇ ਤੋਂ ਤੁਰਿਆ ਨਹੀਂ ਜਾਂਦਾ, ਹਿੱਲਿਆ ਨਹੀਂ ਜਾਂਦਾ, ਨਹੀਂ ਤੁਰ ਸਕਦਾ। ਜਿਹੜਾ ਬਹੁਤ ਜ਼ਿਆਦਾ ਭਾਰ ਸੰਭਲਣ ਤੋਂ ਜ਼ਿਆਦਾ ਸਾਧ ਸੰਗਤ ਜੀ ਭਾਰ ਸਿਰ ਤੇ ਚੱਕ ਲਵੇ, ਤੇ ਜਿਹੜਾ ਮਨੁੱਖ ਪਾਪ ਕਰਮਾਂ ਦੀ ਪੰਡਾ ਆਪਣੇ ਸਿਰ ਤੇ ਚੱਕੀ ਫਿਰਦਾ ਹੈ, ਉਹ ਕਿਵੇਂ ਪਰਮਾਰਥ ਦੇ ਰਸਤੇ ਤੇ ਤੁਰ ਸਕਦਾ ਹੈ? ਉਹ ਪਾਪ ਕਰਮਾਂ ਦਾ ਭਾਰ ਹੀ ਨਹੀਂ ਜੀਵ ਨੂੰ ਨਾਮ ਜਪਣ ਵਾਲੇ ਪਾਸੇ ਤੁਰਨ ਦਿੰਦਾ, ਗੁਰੂ ਕੀ ਸੰਗਤ ਵਾਲੇ ਪਾਸੇ ਤੁਰਨ ਨਹੀਂ ਦਿੰਦਾ, ਚੰਗੇ ਪਾਸੇ ਉਹ ਜਾਣ ਹੀ ਨਹੀਂ ਦਿੰਦਾ, ਕਦਮ ਹੀ ਨਹੀਂ ਪੁੱਟਣ ਦਿੰਦਾ। ਭਾਰ ਹੀ ਪਾਪ ਕਰਮਾਂ ਦਾ ਇੰਨਾ ਸਿਰ ਤੇ ਜੀਵ ਨੇ ਚੱਕ ਲਿਆ ਹੈ। ਜਿਵੇਂ ਪ੍ਰਤੱਖ ਭਾਰ ਚੁੱਕਿਆ ਹੋਵੇ, ਨਹੀਂ ਤੁਰ ਸਕਦਾ, ਨਹੀਂ ਪੈਂਡਾ ਤੈਅ ਕਰ ਸਕਦਾ। ਤੇ ਜਿਸ ਮਨੁੱਖ ਨੇ ਝੱਲਣ ਤੋਂ ਜ਼ਿਆਦਾ ਪਾਪ ਕਰਮਾਂ ਦਾ ਭਾਰ ਸਿਰ ਤੇ ਚੱਕ ਲਿਆ, ਉਹ ਕਿਵੇਂ ਮਹਾਰਾਜ ਕਹਿੰਦੇ ਕਦਮ ਪੁੱਟੇਗਾ ਗੁਰੂ ਕੀ ਸੰਗਤ ਵੱਲ? ਕਿਵੇਂ ਉਹ ਨਾਮ ਜਪਣ ਵੱਲ, ਭਜਨ ਬੰਦਗੀ ਵੱਲ, ਸੇਵਾ ਸਿਮਰਨ ਵੱਲ ਕਿਵੇਂ ਕਦਮ ਪੁੱਟ ਸਕੇਗਾ? ਨਾਮੁਮਕਿਨ ਹੈ। ਤੇ ਜੇ ਥੋੜਾ ਪਾਪ ਕਰਮਾਂ ਦਾ ਭਾਰ ਹੈ, ਉਹਦੇ ਨਾਲ ਥੋੜੇ ਕੁ ਕਦਮ ਪੁੱਟਦਾ ਹੈ, ਚੰਗੇ ਪਾਸੇ ਲੱਗਦਾ ਹੈ। ਜੇ ਬਿਲਕੁਲ ਥੋੜਾ ਕੁ ਹੈ, ਫਿਰ ਉਹਦੇ ਨਾਲ ਫਿਰ ਜ਼ਿਆਦਾ ਚੰਗੇ ਪਾਸੇ ਲੱਗਦਾ, ਭਜਨ ਬੰਦਗੀ ਵਾਲੇ ਲੱਗਦਾ। ਤੇ ਜਦੋਂ ਬਿਲਕੁਲ ਹੀ ਪਾਪ ਕਰਮਾਂ ਦਾ ਭਾਰ ਲੈ ਜਾਂਦਾ ਹੈ, ਫਿਰ ਤੇ ਐਨ ਸੁਰਤ ਹਰ ਸਮੇਂ ਇਹ ਪ੍ਰੇਮਾ ਭਗਤੀ ਦੇ ਮਾਰਗ ਤੇ ਟਿਕੀ ਰਹਿੰਦੀ, ਹੋਰ ਕਿਸੇ ਪਾਸੇ ਜਾਂਦੀ ਨਹੀਂ, ਨਾ ਥੱਕਦੀ ਹੈ, ਨਾ ਅੱਕਦੀ ਹੈ, ਨਾ ਕਿਤੇ ਰੁਕਦੀ ਹੈ। ਫਿਰ ਮਹਾਰਾਜ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦੀ ਹੈ। ਫਿਰ ਜੀਵ ਮਨ ਕਰਕੇ ਮਹਾਰਾਜ ਕਹਿੰਦੇ ਹੋਰ ਕਿਸੇ ਪਾਸੇ ਨਹੀਂ ਜਾਂਦਾ। ਇਹ ਹੌਲਾ, ਇਹ ਜਿਹੜਾ ਸੂਖਸ਼ਮ ਸਰੀਰ ਹੈ ਨਾ, ਜਦੋਂ ਹੌਲਾ ਹੋ ਜਾਂਦਾ ਹੈ, ਨਹੀਂ ਕੋਈ ਭਾਰ ਹੁੰਦਾ। ਜਿਵੇਂ ਸਾਧ ਸੰਗਤ ਜੀ ਸਰੀਰ ਕੋਈ ਭਾਰ ਨਾ ਚੁੱਕਿਆ ਹੋਵੇ ਤੇ ਕਿੰਨਾ ਕਿੰਨਾ ਪੈਂਡਾ ਤੈਅ ਕਰ ਲਈਦਾ, ਦੂਰ ਕਿੰਨੀ ਕਿੰਨੀ ਦੂਰ ਤੱਕ ਚਲਿਆ ਜਾਂਦਾ, ਤੁਰ ਕੇ ਵੀ ਕਿੰਨੀ ਕਿੰਨੀ ਵਾਟ ਤੈਅ ਕਰ ਲੈਂਦਾ। ਇਸੇ ਪ੍ਰਕਾਰ ਜੀਵ ਨੇ ਜੇ ਪਾਪ ਕਰਮਾਂ ਦਾ ਭਾਰ ਨਹੀਂ ਸਿਰ ਤੇ ਚੁੱਕਿਆ ਹੋਇਆ, ਮਹਾਰਾਜ ਕਹਿੰਦੇ ਤਾਂ ਹੀ ਪਰਮਾਰਥ ਦੇ ਰਸਤੇ ਤੇ ਤੁਰਦਾ। ਤੇ ਕਈ ਵਾਰ ਕਿਹਾ ਜਾਂਦਾ ਜੀ ਸਾਡਾ ਮਨ ਨਹੀਂ ਲੱਗਦਾ, ਮਨ ਖਲੋਂਦਾ ਨਹੀਂ, ਸਾਡਾ ਚੇਤੇ ਨਹੀਂ ਕਰਦਾ ਗੁਰਬਾਣੀ ਪੜ੍ਹਦੇ ਨੂੰ, ਇਸ ਰਸਤੇ ਤੇ ਚੱਲਣ ਨੂੰ ਸਾਡਾ ਮਨ ਮੰਨਦਾ ਹੀ ਨਹੀਂ। ਮੰਨੇ ਕਿੱਦਾਂ? ਉਹ ਭਾਰ ਹੀ ਇੰਨਾ ਜ਼ਿਆਦਾ, ਬੋਝ ਹੀ ਇੰਨਾ ਸਿਰ ਤੇ ਚੱਕ ਲਿਆ ਪਾਪ ਕਰਮਾਂ ਦਾ। ਫਿਰ ਕੱਲਾ ਇਸ ਜਨਮ ਦਾ ਨਹੀਂ, ਪੂਰਬਲੇ ਪਤਾ ਨਹੀਂ ਕਿੰਨੇ ਕੋ ਜਨਮਾਂ ਵਿੱਚ ਕਿੰਨੇ ਕੋ ਪਾਪ ਕਰਦਾ ਰਿਹਾ, ਸਾਨੂੰ ਥੋੜਾ ਕੋਈ ਪਤਾ ਹੈ। ਇਹ ਜੀਵ ਨੂੰ ਕੋਈ ਗਿਆਤ ਹੈ ਹੀ ਨਹੀਂ ਇਸ ਬਾਰੇ। ਇਸ ਜਨਮ ਦਾ ਹੀ ਕੋਈ ਗਿਆਨ ਨਹੀਂ ਤੇ ਪਿਛਲੇ ਜਨਮਾਂ ਦਾ ਕੀ ਗਿਆਨ ਹੋ ਸਕਦਾ ਹੈ ਕਿ ਕਿੰਨੇ ਕੋ ਮੈਂ ਪਾਪ ਕਰਮ ਕੀਤੇ, ਕਿੰਨੇ ਕੋ ਮੈਂ ਬੁਰੇ ਕਰਮ ਕੀਤੇ, ਕਿੰਨਾ ਕੋ ਕਿਸੇ ਦਾ ਮਾੜਾ ਸੋਚਦਾ ਰਿਹਾ, ਮਾੜਾ ਕਰਦਾ ਰਿਹਾ, ਨਹੀਂ ਕੋਈ ਇਹਦੇ ਬਾਰੇ ਗਿਆਤ। ਤੇ ਫਿਰ ਇਸ ਜਨਮ ਦੀ ਕੀ ਗਿਆਤ ਹੋ ਸਕਦੀ ਹੈ? ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਕਹਿੰਦੇ ਇਹ ਪਾਪ ਕਰਮਾਂ ਦਾ ਜੀਵ ਤੇਰੇ ਜਨਮਾਂ ਜਨਮਾਂਤਰਾਂ ਦਾ ਭਾਰ ਜਿਹੜਾ ਨਾ ਪੰਡਾ ਚੱਕੀਆਂ ਉਹ ਵੀ ਉਤਰ ਜਾਣਗੀਆਂ ਜੇ ਕਿਤੇ ਵਾਹਿਗੁਰੂ ਜੀ ਦਾ ਸਿਮਰਨ ਕਰ ਲਵੇ। ਇੰਨਾ ਵੱਡਾ ਪ੍ਰਤਾਪ ਹੈ ਪਰਮੇਸ਼ਰ ਦੇ ਸਿਮਰਨ ਵਿੱਚ। ਪੂਰਨ ਤੇਰੀ ਹੋਵੇ ਆਸ, ਤੇਰੇ ਮਨ ਦੀ ਆਸ ਪੂਰਨ ਹੋ ਜਾਵੇਗੀ, ਸਫਲੀ ਹੋ ਜਾਵੇਗੀ। ਜੋ ਵੀ ਤੂੰ ਮਨ ਵਿੱਚ ਆਸ ਧਾਰਨ ਕੀਤੀ ਹੈ ਵਾਹਿਗੁਰੂ ਜੀ ਦਾ ਸਿਮਰਨ ਕਰਨ ਨਾਲ ਤੇਰੀ ਆਸਾ ਵੀ ਪੂਰੀ ਹੋ ਜਾਵੇਗੀ। ਕੋਈ ਜੀਵ ਸੰਸਾਰ ਦੇ ਸੁੱਖਾਂ ਦੀ ਆਸ ਲਾਉਂਦਾ ਹੈ, ਕੋਈ ਪਰਲੋਕ ਦੇ ਸੁੱਖ ਦੀ ਆਸ ਲਾਉਂਦਾ। ਮਹਾਰਾਜ ਸੱਚੇ ਪਾਤਸ਼ਾਹ ਆਸ ਪਿਆਸੀ ਫਿਰ ਕਹਿ ਤਾਈ ਜਿਉ ਚਾਤਰਿਕ ਬੂੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ਼ ਪ੍ਰਭ ਮੇਰੇ। ਕੋਈ ਗੁਰਮੁਖ ਪਿਆਰੇ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਆਸ ਮਨ ਵਿੱਚ ਲਾ ਕੇ ਬੈਠ ਜਾਂਦੇ ਆ। ਮਹਾਰਾਜ ਕਹਿੰਦੇ ਜਿੱਦਾਂ ਦੀ ਵੀ ਤੇਰੇ ਮਨ ਦੀ ਆਸ ਹੋਵੇਗੀ ਨਾ ਵਾਹਿਗੁਰੂ ਪੂਰੀਆਂ ਕਰ ਦੇਵੇਗਾ। ਜਮ ਕੀ ਕੱਟੀ ਐ ਤੇਰੀ ਫਾਸ, ਜਮਾਂ ਦੀ ਤੇਰੀ ਫਾਹੀ ਕੱਟੀ ਜਾਵੇਗੀ। ਵਾਹਿਗੁਰੂ ਜੀ ਦਾ ਸਿਮਰਨ ਕਰਨ ਨਾਲ ਜਿਹੜੇ ਧਰਮ ਰਾਜੇ ਦੇ ਜਮ ਹੈ ਨਾ ਗਲ ਵਿੱਚ ਫਾਹਾ ਪਾ ਕੇ ਧੂ ਕੇ ਲੈ ਕੇ ਜਾਣ ਵਾਲੇ ਅੰਤ ਸਮੇਂ ਮਹਾਰਾਜ ਕਹਿੰਦੇ ਜਮਾਂ ਦੀ ਫਾਹੀ ਵੀ ਪਰਮੇਸ਼ਰ ਕੱਟ ਦੇਵੇਗਾ। ਗੁਰ ਕਾ ਉਪਦੇਸ਼ ਸੁਣੀਜੈ, ਮਹਾਰਾਜ ਸਾਹਿਬ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣਨਾ ਕਰ, ਕਿਉਂਕਿ ਜਿਨ੍ਹਾਂ ਨੇ ਸੁਣ ਕੇ ਹਿਰਦੇ ਵਿੱਚ ਵਸਾਇਆ ਜੀਵਨ ਵਿੱਚ ਕਮਾਇਆ ਉਹਨਾਂ ਦੀ ਜਮਾਂ ਦੀ ਫਾਹੀ ਵਾਹਿਗੁਰੂ ਜੀ ਨੇ ਕੱਟ ਦਿੱਤੀ ਹੈ। ਇਸ ਕਰਕੇ ਜੀ ਮਹਾਰਾਜ ਦੇ ਉਪਦੇਸ਼ ਨੂੰ ਸੁਣਿਆ ਕਰ। ਸੁਣੇਗਾ ਤੇ ਤਾਂ ਹੀ ਮੰਨ ਸਕੇਗਾ, ਮੰਨੇਗਾ ਤੇ ਤਾਂ ਹੀ ਜੀਵਨ ਦੇ ਵਿੱਚ ਕਮਾ ਸਕੇਗਾ। ਪਹਿਲਾਂ ਸੁਣਨਾ ਹੀ ਪੈਂਦਾ। ਮਹਾਰਾਜ ਕਹਿੰਦੇ ਇਸ ਕਰਕੇ ਐ ਜੀਵ ਗੁਰ ਕਾ ਉਪਦੇਸ਼ ਸੁਣੀਜੈ, ਕਿਉਂਕਿ ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ ਹੈ ਨਾ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਵਚਨ ਕੀਤਾ ਕਿ ਹੇ ਪ੍ਰਾਣਾ ਧਾਰੇ ਜੀਵ, ਮਹਾਰਾਜ ਜੀ ਦੇ ਉਪਦੇਸ਼ ਵਿੱਚ ਇੰਨੀ ਵੱਡੀ ਸ਼ਕਤੀ ਹੈ, ਇੰਨਾ ਪ੍ਰਤਾਪ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦਾ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਉਹ ਜੀਵ ਮਨ ਕਰਕੇ ਸਦਾ ਹੀ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਹੇ ਮਨਾ ਤੂੰ ਰੱਬ ਨੂੰ ਚੇਤੇ ਕਰਿਆ ਕਰ, ਮਹਾਰਾਜ ਦੇ ਉਪਦੇਸ਼ ਤੋਂ ਸੁਣ ਕਰਕੇ ਸੇਧ ਧਾਰਨ ਕਰਨਾ ਕਰ, ਕੋਈ ਸਿੱਖਿਆ ਧਾਰਨ ਕਰ ਲੈ। ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਪੂਰੇ ਗੁਰ ਕਾ ਸੁਰ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਆਪਣੇ ਨੇੜੇ ਤੋਂ ਨੇੜੇ ਦੇਖ ਲਵੇਂਗਾ ਜੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਭਾਵਨਾ ਨਾਲ ਸੁਣੇਗਾ। ਤੇਰੇ ਮਨ ਵਿੱਚ ਸ਼ਰਧਾ ਬਣ ਜਾਵੇਗੀ, ਹਿਰਦੇ ਅੰਦਰ ਪਿਆਰ ਜਾਗਰਤ ਹੋਵੇਗਾ, ਉਤਸ਼ਾਹ ਪੈਦਾ ਹੋਵੇਗਾ। ਮਹਾਰਾਜ ਕਹਿੰਦੇ ਜੇ ਪਿਆਰ ਤੇ ਉਤਸ਼ਾਹ ਤੇਰੇ ਅੰਦਰ ਆ ਗਿਆ ਨਾ ਤਾਂ ਹੀ ਉਸ ਪਰਮੇਸ਼ਰ ਨੂੰ ਆਪਣੇ ਨੇੜੇ ਤੋਂ ਨੇੜੇ ਦੇਖ ਸਕੇਗਾ, ਨਹੀਂ ਤੇ ਸ਼ੰਕਿਆਂ ਦੇ ਨਾਲ ਨਹੀਂ ਕਦੇ ਉਸ ਪਰਮੇਸ਼ਰ ਨੂੰ ਪਾਇਆ ਜਾ ਸਕਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਗੁਰ ਕਾ ਉਪਦੇਸ਼ ਸੁਣੀਜੈ, ਐ ਜੀ ਪੂਰੇ ਸਤਿਗੁਰਾਂ ਦਾ ਉਪਦੇਸ਼ ਸੁਣਨਾ ਕਰ। ਨਾਨਕ ਸੁਖ ਸਹਿਜ ਸਮੀਜੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਖ ਸਰੂਪ ਅਕਾਲ ਪੁਰਖ ਪਰਮੇਸ਼ਰ ਵਿੱਚ ਤੂੰ ਸਮੀਜੈ ਸਮਾ ਜਾਵੇਂਗਾ। ਪਰਮਾਤਮਾ ਵਿੱਚ ਅੰਤ ਸਮੇਂ ਤੇਰਾ ਸਮਾਉਣਾ ਹੋ ਜਾਵੇਗਾ ਜੇ ਕਿਤੇ ਮਹਾਰਾਜ ਸਾਹਿਬ ਦੇ ਉਪਦੇਸ਼ ਨੂੰ ਸੁਣ ਕਰਕੇ ਜੀਵਨ ਵਿੱਚ ਕਮਾ ਲਵੇ। ਰਾਮ ਕਲੀ ਮਹੱਲਾ ਪੰਜਵਾ, ਜਿਸ ਕੀ ਤਿਸ ਕੀ ਕਰ ਮਾਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਵ ਦਾ ਹੰਕਾਰ ਦੂਰ ਕਰਨ ਲਈ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਹਿਰਦੇ ਨੂੰ ਨਿਰਹੰਕਾਰ ਕਰਨੇ ਦਾ ਉਪਦੇਸ਼ ਮਹਾਰਾਜ ਦੇ ਰਹੇ ਹੈ। ਜਿਸ ਕੀ ਤਿਸ ਕੀ ਕਰ ਮਾਨ। ਇਹ ਜੀਵ ਸੰਸਾਰ ਦੇ ਅੰਦਰ ਹਰ ਸਮੇਂ ਮੇਰੀ ਕਰਦਾ ਰਹਿੰਦਾ ਹੈ। ਆ ਮੇਰੇ ਪਦਾਰਥ, ਆ ਮੇਰਾ ਧਨ, ਆ ਮੇਰੀਆਂ ਜ਼ਮੀਨਾਂ ਜਾਇਦਾਦਾਂ, ਆ ਮੇਰੀਆਂ ਗੱਡੀਆਂ ਇਤਿਆਦਿਕ ਪਤਾ ਨਹੀਂ ਕੀ ਕੁਝ ਮੇਰੀ ਬਾਰ-ਬਾਰ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਜਿਸ ਕੀ ਤਿਸ ਕੀ ਕਰ ਮਾਨ। ਜਿਸ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ ਨਾ ਉਹਦੇ ਹਿਰਦੇ ਕਰਕੇ ਨਿਸ਼ਚੈ ਕਰਕੇ ਮਾਨ ਮੰਨ ਲੈ ਕਿ ਉਸ ਪਰਮੇਸ਼ਰ ਦੀ ਬਖਸ਼ੀਆਂ ਹੋਈਆਂ ਦਾਤਾਂ ਨੇ। ਫਿਰ ਮਹਾਰਾਜ ਕਹਿੰਦੇ ਹੰਕਾਰ ਤੇਰਾ ਦੂਰ ਹੋ ਜਾਵੇਗਾ ਜੇ ਮੇਰ ਕਰਨੀ ਛੱਡ ਦੇਵੇਗਾ। ਪਰਮਾਤਮਾ ਤੇ ਭਰੋਸਾ ਰੱਖ ਕੇ ਕਹੇ ਕਿ ਮਹਾਰਾਜ ਸਭ ਕੁਝ ਤੁਹਾਡਾ ਹੀ ਦਿੱਤਾ ਹੈ,
ਜਿਸ ਕੀ ਤਿਸ ਕੀ ਕਰ ਮਾਨ। ਤਾਂ ਹੀ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੀ ਜਿਹੜੀ ਬਖਸ਼ੀ ਹੋਈ ਦਾਤ ਹੈ ਨਾ ਜੀਵਨ ਦੇ ਅੰਦਰ, ਜੋ ਕੁਝ ਵੀ ਹੈ, ਜਾਂ ਫਿਰ ਜਿਹੜੀ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਉਹਦੀ ਜ਼ਿੰਦਗੀ ਕਰਕੇ ਜਾਣ ਕਿ ਪਰਮੇਸ਼ਰ ਤੁਹਾਡੀ ਬਖਸ਼ੀ ਹੋਈ ਦਾਤ ਹੈ। ਇਹ ਜ਼ਿੰਦਗੀ ਵੀ ਮਹਾਰਾਜ ਤੁਹਾਡੀ ਦਿੱਤੀ ਹੈ, ਇਹ ਜੀਵਨ ਵੀ ਤੁਹਾਡਾ ਬਖਸ਼ਿਆ ਹੈ। ਤਨ ਮਨ ਧਨ ਸਭ ਕੁਝ ਆਪ ਜੀ ਦਾ ਬਖਸ਼ਿਸ਼ ਕੀਤਾ ਹੈ। ਉਸ ਅਕਾਲ ਪੁਰਖ ਪਰਮੇਸ਼ਰ ਦੀ ਕਰਕੇ ਮਨ ਲੈਣਾ ਕਰ, ਜਿਸ ਪ੍ਰਮਾਤਮਾ ਨੇ ਮਹਾਰਾਜ ਕਹਿੰਦੇ ਤੈਨੂੰ ਇਹ ਦਾਤ ਦਿੱਤੀ ਹੈ। ਆਪਣ ਲਾਹੇ ਗੁਮਾਨ। ਤੂੰ ਐਵੇਂ ਹੰਕਾਰ ਚੱਕੀ ਫਿਰਦਾ, ਆਪਨ ਲਾਹੇ ਗੁਮਾਨ, ਆਪਣਾ ਹੰਕਾਰ ਲਾ ਦੇਣਾ ਕਰ। ਜਿਹੜਾ ਮਹਾਰਾਜ ਕਹਿੰਦੇ ਆਪਣ ਪੁਣੇ ਦਾ ਆਪਣਤ ਦਾ ਹੰਕਾਰ ਚੱਕੀ ਫਿਰਦਾ, ਇਹ ਜੀਵ ਇਹਨੂੰ ਲਾ ਦੇ। ਐਵੇਂ ਹੰਕਾਰ ਦੀਆਂ ਪੰਡਾ ਸਿਰ ਤੇ ਚੁੱਕੀ ਫਿਰਦਾ। ਇਹ ਹੰਕਾਰ ਰੂਪੀ ਭਾਰ ਤੂੰ ਆਪਣੇ ਸਿਰ ਤੇ ਚੁੱਕਿਆ ਹੋਇਆ ਹੈ। ਹੰਕਾਰ ਰੂਪੀ ਭਾਰ ਕਰਕੇ ਵੀ ਤੇਸੋਂ ਪਰਮਾਰਥ ਦਾ ਰਸਤਾ ਨਹੀਂ ਤੈਅ ਕੀਤਾ ਜਾਂਦਾ, ਕਿਉਂਕਿ ਹਰ ਜੀਓ ਅਹੰਕਾਰ ਨਾ ਭਾਵਈ। ਰੱਬ ਨੂੰ ਹੰਕਾਰ ਪਾਉਂਦਾ ਹੀ ਨਹੀਂ। ਜੇ ਰੱਬ ਨੂੰ ਹੰਕਾਰ ਨਹੀਂ ਪਾਉਂਦਾ ਤੇ ਰੱਬ ਦੇ ਰਸਤੇ ਤੇ ਕਿੱਦਾਂ ਤੁਰ ਲਵੇਂਗਾ। ਜੇ ਪ੍ਰਮਾਤਮਾ ਨੂੰ ਪਾਉਂਦਾ ਹੀ ਨਹੀਂ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਹੰਕਾਰੀ ਜੀਵ ਪਰਮੇਸ਼ਰ ਨੂੰ ਪਾਉਂਦੇ ਨਹੀਂ ਤੇ ਕਿਵੇਂ ਉਸ ਪਰਮੇਸ਼ਰ ਦੇ ਮਾਰਗ ਤੇ ਚੱਲ ਲਵੇਂਗਾ? ਨਹੀਂ ਚੱਲਿਆ ਜਾ ਸਕਦਾ। ਇਸ ਲਈ ਮਹਾਰਾਜ ਕਹਿੰਦੇ ਆਪਨ ਲਾਹੇ ਗੁਮਾਨ। ਜੋ ਕੁਝ ਪਰਮੇਸ਼ਰ ਨੇ ਦਿੱਤਾ ਪਰਮੇਸ਼ਰ ਦਾ ਜਾਣ ਕਿ ਮਹਾਰਾਜ ਸਭ ਕੁਝ ਤੁਹਾਡਾ ਦਿੱਤਾ ਹੋਇਆ ਹੈ। ਆਪਣੇ ਸਿਰ ਤੇ ਹੰਕਾਰ ਦਾ ਚੁੱਕਿਆ ਹੋਇਆ ਭਾਰ ਲਾ ਲੈਣਾ ਕਰ। ਜਿਸ ਕਾ ਤੂੰ ਤਿਸ ਕਾ ਸਭ ਕੋਏ। ਤੇ ਮਹਾਰਾਜ ਕਹਿੰਦੇ ਜਿਸ ਕਾ ਤੂੰ, ਜਿਸ ਪ੍ਰਮਾਤਮਾ ਦਾ ਤੂੰ ਹੈ ਨਾ ਪੈਦਾ ਕੀਤਾ ਹੋਇਆ, ਤਿਸ ਕਾ ਸਭ ਕੋਏ। ਹਰ ਕੋਈ ਸੰਸਾਰ ਦੇ ਵਿੱਚ ਉਸੇ ਪਰਮੇਸ਼ਰ ਦਾ ਹੀ ਪੈਦਾ ਕੀਤਾ ਹੈ। ਹਰ ਕੋਈ ਜੀਵ ਚੇਤਨ ਦੇ ਅੰਸ਼ ਹੋਣੇ ਕਰਕੇ ਪਰਮਾਤਮਾ ਦਾ ਹੀ ਹੈ। ਤਮਾਮ ਸੰਸਾਰ ਭਰ ਦੇ ਜੀਵ ਪਰਮੇਸ਼ਰ ਦੇ ਹੀ ਪੈਦਾ ਕੀਤੇ ਹੈ। ਜਿਵੇਂ ਤੈਨੂੰ ਪਰਮਾਤਮਾ ਨੇ ਬਣਾਇਆ ਹੈ, ਤੈਨੂੰ ਪਰਮੇਸ਼ਰ ਨੇ ਸਿਰਜਿਆ ਹੈ, ਤੇਰੇ ਸਰੀਰ ਦੀ ਘਾੜਤ ਨੂੰ ਰੱਬ ਨੇ ਘੜਿਆ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤਿਸ ਕਾ ਸਭ ਕੋਏ। ਸਾਰੇ ਸੰਸਾਰ ਦੇ ਹਰ ਕੋਈ ਜੀਵ ਉਸ ਪਰਮੇਸ਼ਰ ਦੇ ਘਾੜਤ ਘੜੀ ਹੋਈ ਹੈ। ਸਾਰੇ ਸਰੀਰ ਵੱਖੋ ਵੱਖਰੇ ਆਕਾਰ, ਵੱਖੋ ਵੱਖਰੇ ਰੰਗ, ਕੱਦ ਕਾਠ, ਗੁਣ, ਸੁਭਾਅ, ਵਿਚਾਰ ਪਰਮੇਸ਼ਰ ਦੇ ਬਣਾਏ ਹੋਏ ਹੈ। ਸਾਰੀਆਂ ਘਾੜਤਾਂ ਉਸੇ ਪਰਮੇਸ਼ਰ ਦੀਆਂ ਬਣਾਈਆਂ ਹਨ। ਤਸੇ ਆਰਾਧ ਸਦਾ ਸੁਖ ਹੋਏ। ਉਸ ਪ੍ਰਮਾਤਮਾ ਦੀ ਆਰਾਧਨਾ ਕਰੇਗਾ ਤੇ ਸਦੀਵੀ ਕਾਲ ਦੀ ਸੁਖ ਮਿਲੇਗਾ। ਸੰਸਾਰ ਦੀ ਜੇ ਆਰਾਧਨਾ ਕਰਦਾ ਕਿ ਤੁਸ਼ ਕੋ ਮਾਤਰ ਸਮੇਂ ਦਾ ਸੁਖ ਮਿਲਦਾ, ਜੇ ਸੰਸਾਰ ਵਿੱਚ ਕਿਸੇ ਨੂੰ ਯਾਦ ਕਰਦਾ, ਪਰ ਉਸ ਵਾਹਿਗੁਰੂ ਜੀ ਦੀ ਆਰਾਧਨਾ ਕਰਨ ਨਾਲ ਸਦੀਵੀ ਕਾਲ ਦੀ ਸੁਖ ਮਿਲਦਾ। ਜਿਸ ਪਰਮੇਸ਼ਰ ਨੇ ਤੈਨੂੰ ਬਣਾਇਆ ਹੈ, ਤੈਨੂੰ ਸਿਰਜਿਆ ਹੈ। ਕਾਹੇ ਭ੍ਰਮ ਭ੍ਰਮ ਬੇਗਾਨੇ। ਕਾਹੇ ਭ੍ਰਮ ਭ੍ਰਮ ਹੈ ਬੇਗਾਨੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜੀਵਾ, ਕਿਉਂ ਤੂੰ ਭਰਮ ਦਾ ਸ਼ਿਕਾਰ ਹੋ ਕੇ ਬਾਰ-ਬਾਰ ਜੂਨਾਂ ਵਿੱਚ ਭਰਕਦਾ ਫਿਰਦਾ ਹੈ? ਹੇ ਬੇਸਮਝ ਜੀਵ, ਤੂੰ ਕਿਉਂ ਬਾਰ-ਬਾਰ ਭਰਮ ਦਾ ਸ਼ਿਕਾਰ ਹੋ ਕੇ ਭਰਮਦਾ ਫਿਰਦਾ? ਪਹਿਲਾਂ ਵੀ ਤੂੰ ਭਰਮਦਾ ਹੀ ਆ ਰਿਹਾ ਜੂਨਾਂ ਵਿੱਚੋਂ, ਪਹਿਲਾਂ ਵੀ ਤੂੰ ਬਾਰ-ਬਾਰ ਭਟਕਦਾ ਹੀ ਆਇਆ। ਕਿੰਨੀਆਂ ਜੂਨਾਂ, ਕਿੰਨੇ ਜਨਮ, ਕੋਈ ਤੈਨੂੰ ਉਹਦੇ ਬਾਰੇ ਪਤਾ ਨਹੀਂ। ਪਰ ਇੱਕ ਗੱਲ ਜ਼ਰੂਰ ਹੈ ਕਿ ਤੂੰ ਭਰਮਦਾ ਹੀ ਸੰਸਾਰ ਦੇ ਵਿੱਚ ਆਇਆ ਹੈ। ਜੇ ਤੈਨੂੰ ਮਾਨਸ ਜੀਵਨ ਦੀ ਦਾਤ ਮਿਲੀ ਹੈ, ਭਰਮਦਾ ਹੀ ਆਇਆ। ਤੇ ਅਜੇ ਵੀ ਮਹਾਰਾਜ ਕਹਿੰਦੇ ਕਿਉਂ ਤੂੰ ਭਰਮਣ ਵਿੱਚ ਲੱਗਾ ਹੋਇਆ? ਹੇ ਬੇਸਮਝ ਜੀਵ, ਨਾ ਬਿਨਾ ਕਿਸ ਕੰਮ ਨਾ ਆਵੈ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਅੰਧ ਸਮੇਂ ਕਿਸੇ ਨੇ ਤੇਰੇ ਕੰਮ ਨਹੀਂ ਆਉਣਾ। ਜੀਵਨ ਕਾਲ ਦੌਰਾਨ ਵੀ ਪਰਮੇਸ਼ਰ ਦਾ ਨਾਮ ਹੀ ਤੇਰੀ ਸਹਾਇਤਾ ਕਰਨ ਵਾਲਾ ਹੈ। ਕੋਈ ਵਿਪਤਾ ਹੋਵੇ, ਮੁਸ਼ਕਲ ਹੋਵੇ, ਔਕੜ ਦਾ ਸਮਾਂ ਬਣ ਜਾਵੇ, ਦੁੱਖ ਦਾ ਸਮਾਂ ਹੋਵੇ, ਵਾਹਿਗੁਰੂ ਜੀ ਦਾ ਨਾਮ ਹੀ ਤੇਰੀ ਸਹਾਇਕ ਬਣਨ ਵਾਲਾ ਹੈ। ਤੇ ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਵੀ ਰੱਬ ਦੇ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਕੋਈ ਨਹੀਂ ਤੇਰੇ ਨਾਲ ਨਿਭਣ ਵਾਲਾ। ਮੇਰਾ ਮੇਰਾ ਕਰ ਬਹੁਤ ਪਛੋਤਾਨੇ। ਮੇਰਾ ਮੇਰਾ ਕਰ ਬਹੁਤ ਪਛਤਾਨੇ। ਪਛੋਤਾਨੇ ਛੱਛੇ ਨੂੰ ਹੋੜਾ ਹੋਵੇ ਤਾਂ ਹੁੰਦਾ। ਇੱਥੇ ਛੱਛੇ ਔਂਕੜ ਲੱਗਾ, ਕੇਵਲ ਇਸ਼ਾਰੇ ਮਾਤਰੀ ਦਾ ਉਚਾਰਨ ਕਰਨਾ। ਪਛਤਾਨੇ, ਪਛੋਤਾਨੇ ਨਹੀਂ ਬੋਲਣਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਮੇਰਾ ਮੇਰਾ ਕਰ ਬਹੁਤ ਪਛਤਾਨੇ।
ਕਹਿੰਦੇ ਮੇਰਾ ਮੇਰਾ ਕਰਦਿਆਂ ਮੈਂ ਮੇਰੀ ਕਰਦਿਆਂ ਬੜੇ ਵੱਡੇ ਵੱਡੇ ਸੰਸਾਰ ਦੇ ਲੋਕ ਪਛਤਾਉਂਦੇ ਝੂਰਦੇ ਹੀ ਸੰਸਾਰ ਤੋਂ ਤੁਰ ਗਏ ਹੈ। ਕੀ ਉਹ ਨਾਲ ਲੈ ਕੇ ਕੋਈ ਚਲੇ ਗਏ ਹੈ? ਇੰਨੇ ਵੱਡੇ ਕਾਰੂ ਬਾਦਸ਼ਾਹ ਵਰਗੇ ਉਹ ਵੀ ਖਾਲੀ ਹੱਥ ਹੀ ਸੰਸਾਰ ਤੋਂ ਗਏ ਹੈ। ਸਿਕੰਦਰ ਬਾਦਸ਼ਾਹ ਵਰਗੇ ਹੱਥ ਕਹਿੰਦੇ ਮੇਰੇ ਖੱਫਣ ਤੋਂ ਬਾਹਰ ਕੱਢ ਦਿਓ ਮਰਨ ਤੋਂ ਬਾਅਦ, ਕੀ ਸੰਸਾਰ ਤੋਂ ਲੈ ਕਰਕੇ ਗਏ। ਰਾਵਣ ਵਰਗੇ ਜਿਹਦੀ ਲੰਕਾ ਹੀ ਸਾਰੀ ਸੋਨੇ ਦੀ, ਸਵਰਗਾਂ ਨੂੰ ਪੌੜੀ ਲਾਉਣ ਦੇ ਵਾਸਤੇ ਸੋਚਦਾ ਰਿਹਾ, ਵਿਚਾਰਾਂ ਹੀ ਮਨ ਵਿੱਚ ਰਹਿ ਗਈਆਂ, ਸਾਰਾ ਕੁਝ ਇੱਥੇ ਛੱਡ ਕਰਕੇ ਚਲਾ ਗਿਆ। ਤੇ ਮਰਨ ਤੋਂ ਬਾਅਦ ਰਾਤੀ ਸੋਨਾ ਵੀ ਮੂੰਹ ਦੇ ਵਿੱਚ ਪਾਉਣ ਵਾਸਤੇ ਉਹਨਾਂ ਦੇ ਧਰਮ ਦੇ ਰੀਤੀ ਅਨੁਸਾਰ ਨਹੀਂ ਸੀ ਪ੍ਰਾਪਤ ਹੋਣਾ ਕੀਤਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਬਿਨਾ ਕਿਛ ਕਾਮ ਨਾ ਆਵੈ, ਮੇਰਾ ਮੇਰਾ ਕਰ ਬਹੁਤ ਪਛਤਾਨੇ। ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾ ਕੋਈ ਵੀ ਤੇਰਾ ਸਾਥ ਦੇਣ ਵਾਲਾ ਨਹੀਂ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਪਦੇਸ਼ ਦੇਣਾ ਕੀਤਾ, हे ਪ੍ਰਾਣਾ ਧਾਰੀ ਜੀਵ, ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰੇਗਾ ਨਾ, ਪ੍ਰਮਾਤਮਾ ਦੀ ਯਾਦ ਵਿੱਚ ਜੁੜੇਗਾ, ਤੇਰੀ ਪਤ ਇੱਜ਼ਤ ਵੀ ਰਹਿ ਜਾਵੇਗੀ, ਲੋਕ ਪਰਲੋਕ ਵਿੱਚ ਤੇਰੀ ਪਤ ਰਹਿ ਜਾਵੇਗੀ। ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ, ਲੋਕ ਪਰਲੋਕ ਵਿੱਚ ਤੇਰੀ ਲੱਜਾ ਰਹਿ ਜਾਵੇਗੀ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਕਿਸੇ ਨੇ ਤੇਰੀ ਪਤ ਨਹੀਂ ਢੱਕਣੀ, ਕਿਸੇ ਨੇ ਮਹਾਰਾਜ ਕਹਿੰਦੀ ਤੈਨੂੰ ਬਚਾਉਣਾ ਨਹੀਂ ਆ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਆ, ਜੋ ਜੋ ਕਰੈ ਸੋਈ ਮਾਨ ਲੇਹੋ। ਜੋ ਜੋ ਵੀ ਪ੍ਰਮਾਤਮਾ ਜੀਵਨ ਵਿੱਚ ਕਰਦਾ ਹੈ ਉਹਨੂੰ ਸਤ ਕਰਕੇ ਭਲਾ ਕਰਕੇ ਮੰਨ ਲੈਣਾ ਕਰੋ, ਪ੍ਰਮਾਤਮਾ ਦੇ ਭਾਣੇ ਵਿੱਚ ਚੱਲਣਾ ਕਰ ਹੈ ਜੀ। ਵਾਹਿਗੁਰੂ ਜੋ ਵੀ ਤੇਰੇ ਜੀਵਨ ਵਿੱਚ ਬਖਸ਼ਿਸ਼ ਕਰਦਾ ਹੈ, ਜ਼ਿੰਦਗੀ ਵਿੱਚ ਦੁੱਖ ਹੈ ਸੁੱਖ ਹੈ, ਜੋ ਕੁਝ ਵੀ ਪ੍ਰਮਾਤਮਾ ਨੇ ਦਿੱਤਾ ਹੈ, ਜੋ ਜੋ ਪ੍ਰਮਾਤਮਾ ਕਰਦਾ ਨੂੰ ਭਲਾ ਕਰਕੇ ਮੰਨ। ਬਿਨ ਮਾਨੇ ਰਲ ਹੋਵੇ ਖੇਹ, ਕਿਉਂਕਿ ਵਾਹਿਗੁਰੂ ਦੇ ਹੁਕਮ ਮੰਨਣ ਤੋਂ ਬਿਨਾ ਰਲ ਹੋਏ ਹੈ ਖੇ, ਖੇ ਰੂਪ ਹੋਣਾ ਪੈਂਦਾ ਹੈ। ਜਾਂ ਫਿਰ ਖੇ ਨਾਮ ਮਿੱਟੀ ਦਾ, ਧਰਤੀ ਤੇ ਜਿਹੜੇ ਢਿੱਡ ਪਰਨੇ ਹੋ ਕਰਕੇ ਚੱਲਣ ਵਾਲੇ ਸੰਸਾਰ ਦੇ ਜੀਵ ਹੈ ਨਾ, ਫਿਰ ਉਹ ਟੇਢੀਆਂ ਜੂਨਾਂ ਵਿੱਚ ਪੈਣਾ ਪੈਂਦਾ। ਸੱਪ ਕਿਰਲੀਆਂ ਇਤਿਆਦਿਕ ਜਿਹੜੇ ਜੀਵ ਹੈ ਨਾ, ਢਿੱਡ ਪਰਨੇ ਹੋ ਕਰਕੇ ਧਰਤੀ ਤੇ ਚੱਲਦੇ ਹੈ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਦਾ ਹੁਕਮ ਨਹੀਂ ਨਾ ਮੰਨਿਆ, ਬਿਨ ਮਾਨੇ ਰਲ ਹੋਵਹਿ ਖੇਹ, ਖੇਹ ਦੇ ਵਿੱਚ ਰਲ ਜਾਵੇਗਾ, ਖੇਹ ਰੂਪ ਹੀ ਹੋ ਜਾਵੇਗਾ ਜੇ ਪਰਮੇਸ਼ਰ ਦੇ ਹੁਕਮ ਨੂੰ ਨਾ ਮੰਨਿਆ। ਮਹਾਰਾਜ ਜੀ ਦੇ ਆਗਿਆ ਨੂੰ ਜੇਕਰ ਮੰਨਣ ਤੋਂ ਇਨਕਾਰ ਕਰ ਦਿੱਤਾ ਨਾ, ਅਵੇਸਲਾ ਹੋ ਕਰਕੇ ਰਿਹਾ, ਸੱਚੇ ਪਾਤਸ਼ਾਹੀ ਦੇ ਹੁਕਮ ਦੀ ਪਾਲਣਾ ਨਾ ਕੀਤੀ, ਮਹਾਰਾਜ ਕਹਿੰਦੇ ਬਿਨ ਮਾਨੇ ਰਲ ਹੋਵਹਿ ਖੇਹ, ਖੇਹ ਰੂਪ ਹੋ ਜਾਵੇਗਾ, ਜਾਂ ਖੇਹ ਦੇ ਵਿੱਚ ਰਹਿਣ ਵਾਲੀਆਂ ਸੰਸਾਰ ਦੀਆਂ ਟੇਢੀਆਂ ਜੂਨਾਂ ਵਿੱਚ ਪੈਣਾ ਪਵੇਗਾ। ਤਿਸ ਕਾ ਭਾਣਾ ਲਾਗੈ ਮੀਠਾ, ਉਸ ਅਕਾਲ ਪੁਰਖ ਪਰਮੇਸ਼ਰ ਜੀ ਦਾ ਭਾਣਾ ਜਿਨ੍ਹਾਂ ਨੂੰ ਮਿੱਠਾ ਲੱਗਾ ਹੈ, ਪਿਆਰਾ ਲੱਗਾ, ਰੱਬ ਦੇ ਭਾਣੇ ਨੂੰ ਜਿਨ੍ਹਾਂ ਨੇ ਮਿੱਠਾ ਕਰਕੇ ਮੰਨਿਆ ਹੈ। ਗੁਰ ਪ੍ਰਸਾਦ ਵਿਰਲੇ ਮਨ ਬੂਠਾ, ਉਹ ਕੋਈ ਵਿਰਲੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਗੁਰੂ ਕਿਰਪਾ ਦੁਆਰਾ ਆਪਣੇ ਹਿਰਦੇ ਅੰਦਰ ਵਾਹਿਗੁਰੂ ਨੂੰ ਵਸਾ ਲਿਆ, ਸੱਚੇ ਪਾਤਸ਼ਾਹੀ ਦੇ ਉਪਦੇਸ਼ ਨੂੰ ਹਿਰਦੇ ਵਿੱਚ ਹੀ ਧਾਰਨ ਕਰ ਲਿਆ ਕਿ ਇਹੋ ਸਾਡੇ ਜੀਵਨ ਦਾ ਆਸਰਾ ਹੈ। ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਹੀ ਅਸਲ ਦੇ ਵਿੱਚ ਸਾਡਾ ਜੀਵਨ ਹੈ। ਮਹਾਰਾਜ ਦੇ ਉਪਦੇਸ਼ ਨੂੰ ਕਦੇ ਵੀ ਗੁਰਮੁਖ ਪਿਆਰੇ ਵਿਸਾਰਦੇ ਨਹੀਂ, ਸੱਚੇ ਪਾਤਸ਼ਾਹੀ ਦੇ ਬਚਨਾਂ ਨੂੰ ਸਦਾ ਹੀ ਯਾਦ ਰੱਖਦੇ ਆ, ਮਨ ਬਾਣੀ ਸਰੀਰ ਕਰਕੇ ਮਹਾਰਾਜ ਦੇ ਉਪਦੇਸ਼ ਦੀ ਕਮਾਈ ਕਰਦੇ ਆ। ਗੁਰਮੁਖ ਪਿਆਰੇ ਕਦੇ ਵੀ ਸਤਿਗੁਰੂ ਜੀ ਦਾ ਬਚਨ ਨਹੀਂ ਵਿਸਾਰਦੇ। ਹੋਰ ਜ਼ਿੰਦਗੀ ਵੀ ਸਾਰਾ ਕੁਝ ਭਾਵੇਂ ਵਿਸਰ ਜਾਵੇ, ਖਾਣਾ ਪਹਿਨਣਾ ਸੌਣਾ, ਪਰ ਸੰਸਾਰ ਦੇ ਸੁੱਖ ਭੁੱਲ ਜਾਣ, ਪਰ ਮਹਾਰਾਜ ਦਾ ਹੁਕਮ ਨਹੀਂ ਕਦੇ ਗੁਰਮੁਖ ਪਿਆਰੇ ਵਿਸਾਰਨਾ ਕਰਦੇ। ਸੱਚੇ ਪਾਤਸ਼ਾਹੀ ਦਾ ਹੁਕਮ ਸੁਖਦਾਇਕ ਜਾਣ ਕਰਕੇ ਕਿ ਸਦੀਵੀ ਕਾਲ ਦੀ ਸੁਖ ਦੇਣ ਵਾਲਾ ਸਤਿਗੁਰੂ ਜੀ ਦਾ ਬਚਨ ਹੁਕਮ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕੋਈ ਵਿਰਲੇ ਹੀ ਹੈ, ਗੁਰ ਪ੍ਰਸਾਦ ਵਿਰਲੇ ਮਨ ਬੂਠਾ, ਜਿਨ੍ਹਾਂ ਨੇ ਹਿਰਦੇ ਅੰਦਰ ਮਹਾਰਾਜ ਦੇ ਉਪਦੇਸ਼ ਨੂੰ ਵਸਾਇਆ ਹੈ। ਵੇ ਪਰਵਾਹੋ ਅਗੋਚਰ ਆਪ, ਉਹ ਪ੍ਰਮਾਤਮਾ ਬੇਮੁਤਾਜ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ, ਅਡੋਲ ਹੈ। ਫਿਰ ਅਗੋਚਰ ਇੰਦਰੀਆਂ ਦਾ ਕਰਕੇ ਅਵਿਸ਼ਾ ਹੈ, ਆਪ ਉਹ ਪਰਮੇਸ਼ਰ ਹੈ। ਆਠ ਪਹਿਰ ਮਨ ਤਾ ਕੋ ਜਾਪ, हे ਮੇਰੇ ਪਿਆਰੇ ਮਨਾ, ਅੱਠੇ ਪਹਿਰ ਉਸ ਪਰਮੇਸ਼ਰ ਦਾ ਜਾਪ ਕਰਿਆ ਕਰ, ਜਿਹੜਾ ਬੇਪਰਵਾਹ ਤੇ ਅਗੋਚਰ ਹੈ, ਇੰਦਰੀਆਂ ਕਰਕੇ ਵੀ ਅਵਿਸ਼ੇ ਹੈ।
ਜਿਸ ਚਿਤ ਆਏ ਬਿਨਸੇ ਦੁੱਖਾ। ਜਿਨ੍ਹਾਂ ਦੇ ਚਿੱਤ ਵਿੱਚ ਜੋ ਪਰਮੇਸ਼ਰ ਦੀ ਯਾਦ ਆ ਗਈ, ਉਹਨਾਂ ਦੇ ਜੰਮਣ ਮਰਨ ਦੇ ਅਗਿਆਨ ਇਤਿਆਦਿਕ ਦੇ ਸਾਰੇ ਦੁੱਖ ਨਾਸ਼ ਹੋ ਗਏ ਹਨ। ਹਲਤ ਪਲਤ ਤੇਰਾ ਉਜਲ ਮੁਖਾ। ਐ ਜੀਵ ਲੋਕ ਪਰਲੋਕ ਵਿੱਚ ਤੇਰਾ ਮੁਖ ਉਜਲਾ ਹੋ ਜਾਵੇਗਾ ਜੇ ਕਿਤੇ ਸਿਮਰਨੇ ਯੋਗ ਪ੍ਰਮਾਤਮਾ ਦਾ ਸਿਮਰਨ ਕਰ ਲਵੇ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਦਾ ਸਿਮਰਨ ਕਰੇਗਾ ਨਾ, ਜੇ ਚਿੱਤ ਵਿੱਚ ਪਰਮੇਸ਼ਰ ਦਾ ਚਿੰਤਨ ਕਰਨਾ ਕਰੇਗਾ, ਲੋਕ ਪਰਲੋਕ ਦੇ ਸੁੱਖ ਤੈਨੂੰ ਮਿਲਣਗੇ। ਸਾਰੇ ਦੁੱਖ ਮਹਾਰਾਜ ਕਹਿੰਦੇ ਤੇਰੇ ਖੰਭ ਲਾ ਕਰਕੇ ਉੱਡ ਜਾਣਗੇ। ਲੋਕ ਪਰਲੋਕ ਵਿੱਚ ਤੇਰਾ ਮੁਖ ਉਜਲਾ ਹੋਵੇਗਾ। ਕੌਣ ਕੌਣ ਉਦਰੇ ਗੁਣ ਗਾਏ। ਸਿੱਖ ਬੇਨਤੀ ਕਰਕੇ ਪੁੱਛਦੇ ਨੇ ਮਹਾਰਾਜ, ਕਿਹੜੇ ਕਿਹੜੇ ਜੀਵ ਜਾਂ ਕਿੰਨੇ ਕੁ ਜੀਵ ਹੈ ਜਿਹੜੇ ਪ੍ਰਮਾਤਮਾ ਦੇ ਗੁਣ ਗਾ ਕੇ ਭਵ ਸਾਗਰ ਤੋਂ ਤਰ ਗਏ ਨੇ। ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ ਕਿਹੜੇ ਕਿਹੜੇ ਜੀਵ ਤੇ ਕਿੰਨੀ ਕੁ ਗਿਣਤੀ ਕਰਕੇ ਤੁਹਾਨੂੰ ਦੱਸੀਏ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਭਵ ਸਾਗਰ ਤੋਂ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ, ਤਰ ਗਏ ਹੈ। ਉਹਨਾਂ ਦੇ ਜੀਵਨ ਦਾ ਬੇੜਾ ਪਾਰ ਹੋ ਗਿਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਆਖ ਰਹੇ ਨੇ, ਕੌਣ ਕੌਣ ਉਧਰੇ ਗੁਣ ਗਾਏ। ਮਹਾਰਾਜ ਕਹਿੰਦੇ ਕੌਣ ਕੌਣ ਕਿੰਨੇ ਕੁ ਦਸੀਏ, ਕਿਹਦੇ ਕਿਹਦੇ ਬਾਰੇ ਦਸੀਏ ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਗਾਏ ਤੇ ਭਵ ਸਾਗਰ ਤੋਂ ਤਰ ਗਏ ਹੈ। ਸੱਚੇ ਪਾਤਸ਼ਾਹ ਕਹਿੰਦੇ ਉਹ ਗਿਣੇ ਨਹੀਂ ਜਾ ਸਕਦੇ। ਜਿਨ੍ਹਾਂ ਵੀ ਪਰਮੇਸ਼ਰ ਦੇ ਗੁਣ ਗਾਏ ਭਵ ਸਾਗਰ ਤੋਂ ਪਾਰ ਹੋ ਗਏ ਹੈ। ਜਿਵੇਂ ਕਿਸੇ ਕਵੀ ਨੇ ਕਿਹਾ ਨਾ, ਤਾਰੇ ਗਿਨੇ ਜਾਤ ਨਾ ਤਾਰੇ ਗਿਨਾਤ ਹੈ। ਸਤਿਗੁਰੂ ਜੀ ਨੇ ਜਿੰਨੇ ਤਾਰੇ ਹਨ ਭਵ ਸਾਗਰ ਦੇ ਜੀਵ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਤਾਰੇ ਆਕਾਸ਼ ਦੇ ਗਿਣੇ ਨਹੀਂ ਜਾ ਸਕਦੇ। ਉਹਨਾਂ ਦੀ ਕੋਈ ਗਿਣਤੀ ਕਰ ਲਵੇ ਤਾਂ ਕਰ ਲਵੇ, ਪਰ ਮਹਾਰਾਜ ਸਾਹਿਬ ਜੀ ਨੇ ਜਿੰਨੇ ਜੀਵ ਭਵ ਸਾਗਰ ਤੋਂ ਤਾਰੇ ਆ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਮਹਾਰਾਜ ਸਾਹਿਬ ਜੀ ਕਹਿੰਦੇ ਕੌਣ ਕੌਣ ਉਧਰੇ ਗੁਣ ਗਾਏ। ਵਾਹਿਗੁਰੂ ਜੀ ਦੇ ਗੁਣ ਗਾਉਣੇ ਵਾਲੇ ਕਿਹੜੇ ਕਿਹੜੇ ਜੀਵ ਉਧਰੇ ਹੈ, ਨਹੀਂ ਮਹਾਰਾਜ ਕਹਿੰਦੇ ਦੱਸੇ ਜਾ ਸਕਦੇ। ਗਣਨ ਨਾ ਜਾਈ ਕੀਮ ਨਾ ਪਾਏ। ਗਣਨ ਨਾ ਜਾਈ, ਗਿਣਤੀ ਨਹੀਂ ਕੀਤੀ ਜਾ ਸਕਦੀ, ਨਾ ਉਹਨਾਂ ਦੀ ਕੀਮਤ ਪਾਈ ਜਾ ਸਕਦੀ ਹੈ। ਕਿੰਨੇ ਕੁ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਭਵ ਸਾਗਰ ਤੋਂ ਜੀਵ ਤਰ ਗਏ ਆ। ਉਡਤ ਲੋਹ ਸਾਧ ਸੰਗਤ ਤਰੈ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਸਾਧ ਸੰਗਤ ਕਰਨੇ ਦਾ ਵੀ ਫਲ ਦੱਸਦੇ ਹੈ, ਕਿੰਨਾ ਵੱਡਾ ਮਹਾਤਮ ਹੈ। ਮਹਾਰਾਜ ਕਹਿੰਦੇ ਜਿਹੜਾ ਡੁੱਬਦਾ ਹੋਇਆ ਲੋਹਾ ਜੇ ਕਿਤੇ ਬੇੜੀ ਦੀ ਲੱਕੜ ਦੀ ਸੰਗਤ ਕਰ ਲਵੇ ਨਾ, ਸਾਧ ਸੰਗਤ ਜੀ ਉਹ ਵੀ ਤਰ ਜਾਂਦਾ ਹੈ। ਨਹੀਂ ਤਾਂ ਬਰੀਕ ਜੀ ਸੂਈ ਲੈ ਲਓ, ਪਾਣੀ ਵਿੱਚ ਡੁੱਬ ਜਾਂਦੀ, ਨਹੀਂ ਤੈਰ ਸਕਦੀ। ਜੇ ਕਿੰਨਾ ਕਿੰਨਾ ਭਾਰ ਲੋਹੇ ਦਾ ਹੁੰਦਾ ਉਹ ਲੱਕੜ ਦੇ ਨਾਲ ਜੜਤ ਕੀਤਾ ਜਾਂਦਾ ਹੈ, ਜਾਂ ਫਿਰ ਲੱਕੜ ਦੇ ਬੇੜੇ ਵੀ ਸਾਧ ਸੰਗਤ ਜੀ ਰੱਖ ਕਰਕੇ ਕਿੰਨਾ ਕਿੰਨਾ ਭਾਰ ਲੋਹੇ ਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਸਮੁੰਦਰਾਂ ਵਿੱਚੋਂ ਪਾਰ ਲੈ ਕੇ ਜਾਇਆ ਜਾਂਦਾ ਹੈ। ਉਹ ਲੱਕੜ ਦੀ ਸੰਗਤ ਕਰਨੇ ਕਰਕੇ ਮਹਾਰਾਜ ਕਹਿੰਦੇ ਇਸੇ ਪ੍ਰਕਾਰ ਬੂਡਤ ਲੋਹ ਸਾਧ ਸੰਗਤ ਤਰੈ। ਲੋਹੇ ਦੀ ਤਰ੍ਹਾਂ ਭਾਵੇਂ ਕਿੰਨਾ ਵੀ ਭਾਰਾ ਕੋਈ ਪਾਪੀ ਜੀਵ ਹੈ, ਜੇ ਸਾਧ ਸੰਗਤ ਵਿੱਚ ਆ ਕੇ ਜੁੜਦਾ ਹੈ ਨਾ, ਸਾਧ ਸੰਗਤ ਰੂਪ ਬੇੜੀ ਦੀ ਸੰਗਤ ਕਰ ਲੈਂਦਾ ਹੈ, ਮਹਾਰਾਜ ਕਹਿੰਦੇ ਉਹ ਭਵ ਸਾਗਰ ਤੋਂ ਤਰ ਜਾਂਦਾ ਹੈ। ਉਹ ਜੀਵ ਭਵ ਸਾਗਰ ਤੋਂ ਪਾਰ ਹੋ ਗਿਆ ਜਿਸ ਨੇ ਮਹਾਰਾਜ ਦੀ ਪਿਆਰੀ ਸਾਧ ਸੰਗਤ ਕਰ ਲਈ ਹੈ। ਨਾਨਕ ਜਿਸੇ ਪ੍ਰਾਪਤ ਕਰੈ। ਪਰ ਹਜ਼ੂਰ ਕਹਿੰਦੇ ਗੁਰਸਿੱਖੋ, ਪਰਮਾਤਮਾ ਜਿਸ ਜੀਵ ਤੇ ਕਿਰਪਾ ਕਰਦਾ ਹੈ ਨਾ, ਉਸੇ ਨੂੰ ਜੀਵ ਦਾਤ ਇਹ ਪ੍ਰਾਪਤ ਹੁੰਦੀ ਹੈ। ਉਹੀ ਜੀਵ ਦਾਤ ਪ੍ਰਾਪਤ ਕਰ ਸਕਦਾ ਹੈ। ਪਰਮਾਤਮਾ ਜਿਸ ਜੀਵ ਨੂੰ ਦਾਤ ਦਿੰਦਾ ਹੈ, ਕਿਰਪਾ ਕਰਕੇ ਬਖਸ਼ਿਸ਼ ਕਰਦਾ ਹੈ, ਉਹੀ ਜੀਵ ਪ੍ਰਾਪਤ ਕਰ ਸਕਦਾ ਹੈ। ਆਪਣੇ ਬਲ ਦੇ ਨਾਲ ਨਹੀਂ ਜੀਵਨ ਦੇ ਅੰਦਰ ਦਾਤ ਪਾਈ ਜਾ ਸਕਦੀ। ਇਹ ਸਾਧ ਸੰਗਤ ਦੀ ਦਾਤ ਹੈ ਨਾ, ਇਹ ਵੀ ਬਹੁਤ ਚੰਗੇ ਭਾਗ ਹੋਣ ਤਾਂ ਮਿਲਦੀ ਹੈ। ਵੱਡਿਆਂ ਭਾਗਾਂ ਤੋਂ ਬਿਨਾਂ ਗੁਰੂ ਕੀ ਸੰਗਤ ਨਹੀਂ ਪ੍ਰਾਪਤ ਹੁੰਦੀ। ਜਿਨ੍ਹਾਂ ਦੇ ਭਾਗ ਜਾਗਦੇ ਹੈ, ਭਾਵੇਂ ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਗੁਰੂ ਕੀ ਸੰਗਤ ਕਰਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਬਹੁਤ ਵੱਡਿਆਂ ਭਾਗਾਂ ਕਰਕੇ ਦਾਤ ਮਿਲਦੀ। ਬਹੁਤ ਵੱਡਿਆਂ ਭਾਗਾਂ ਕਰਕੇ ਭਾਵੇਂ ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਗੁਰੂ ਕੀ ਸੰਗਤ ਕਰਦੇ, ਤੇ ਜਿਨ੍ਹਾਂ ਤੋਂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਾਧ ਸੰਗਤ ਜੀ ਜਿਨ੍ਹਾਂ ਗੁਰਮੁਖਾਂ ਵਡ ਭਾਗੇ ਜਨਾਂ ਨੇ ਹਰ ਰੋਜ਼ ਨਿਤ ਦਾ ਨੇਮ ਜਿਨ੍ਹਾਂ ਨੇ ਬਣਾਏ ਕਿ ਗੁਰੂ ਕੀ ਸੰਗਤ ਕਰਨੀ ਹੈ, ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਸਰਵਣ ਕਰਨਾ ਹੈ, ਗੁਰੂ ਕੀ ਬਾਣੀ ਸਰਵਣ ਕਰਦੇ, ਗੁਰੂ ਕੀ ਬਾਣੀ ਦਾ ਕੀਰਤਨ
ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ, ਗੁਰੂ ਕੀ ਬਾਣੀ ਦੇ ਅੰਮ੍ਰਿਤਮਈ ਕਥਾ ਸਰਵਣ ਕਰਦੇ ਨਿਯਮ ਦੇ ਨਾਲ ਉਹਨਾਂ ਦੇ ਕਿੰਨੇ ਪੂਰਬਲੇ ਚੰਗੇ ਭਾਗ ਹੋਣਗੇ, ਸਾਧ ਸੰਗਤ ਜੀ ਇਹਦੇ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਨਾਨਕ ਜਿਸ ਹੀ ਪ੍ਰਾਪਤ ਕਰੈ ਵਾਹਿਗੁਰੂ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੰਦਾ ਹੈ। ਬੂੜਤ ਲੋਹ ਸਾਧ ਸੰਗ ਤਰੈ, ਉਹ ਸਾਧ ਸੰਗਤ ਕਰਕੇ ਭਵ ਸਾਗਰ ਤੋਂ ਤਰ ਜਾਂਦੇ ਆ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਸਤਿਗੁਰੂ ਜੀ ਦੇ ਬਚਨ ਕਮਾ ਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਅੱਜ ਸਾਧ ਸੰਗਤ ਜੀ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ, ਸ੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਮਹਾਂਪੁਰਖਾਂ ਵੱਲੋਂ ਸਾਧ ਸੰਗਤ ਜੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਣੀ ਹੈ। ਪਰਸੋਂ 17 ਤਰੀਕ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ। ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਣੀ ਹੈ। ਲਗਭਗ 8 ਵਜੇ ਦੇ ਨਾਲ 7:30 ਕੀਰਤਨ ਪ੍ਰਾਰੰਭ ਹੋ ਜਾਣਾ ਹੈ। ਆਪ ਸੰਗਤ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ, ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਕੌਣ ਕੌਣ ਉਦਰੇ ਗੁਣ ਗਾਏ, ਗਣਨ ਨਾ ਜਾਈ ਕੀਮ ਨਾ ਪਾਏ। ਬੂੜਤ ਲੋਹ ਸਾਧ ਸੰਗ ਤਰੈ, ਨਾਨਕ ਜਿਸਹਿ ਪ੍ਰਾਪਤ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।